ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਿਆ ਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚੋਂ ਅੱਜ ਦਾ ਜੋ ਪਾਵਨ ਪਵਿੱਤਰ ਸ਼ਬਦ ਆਪਾਂ ਸਰਵਣ ਕੀਤਾ ਹੈ, ਗੌੜੀ ਰਾਗ ਦੇ ਅੰਦਰ 319 ਅੰਗ ਤੇ ਸੁਭਾਇਮਾਨ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ, ਜਿਸ ਵਿੱਚ ਮਹਾਰਾਜ ਜੀ ਸਮਝਾਉਂਦੇ ਨੇ ਪੌੜੀ ਦੀ ਅਖੀਰਲੀ ਪੰਕਤੀ ਵਿੱਚ, ਨਾਨਕ ਸੋਈ ਜੀਵਿਆ ਜਿਨ ਇੱਕ ਪਛਾਤਾ। ਜੀਵੇ ਤੋਂ ਭਾਵ ਹੁੰਦਾ ਹੈ ਕਿ ਉਹ ਆਤਮਿਕ ਤੌਰ ਤੇ ਸੁਚੇਤ ਹੈ, ਜਿਉਂਦਾ ਹੈ, ਜਿਨ੍ਹਾਂ ਨੇ ਇੱਕ ਅਕਾਲ ਪੁਰਖ ਪਰਮਾਤਮਾ ਜੀ ਨੂੰ ਪਛਾਣ ਲਿਆ, ਜਾਣ ਲਿਆ ਹੈ। ਗੁਰਬਾਣੀ ਕਹਿੰਦੀ ਹੈ, ਵੇਖੋ ਸੰਸਾਰ ਦੇ ਵਿੱਚ ਅਨੇਕਾਂ ਹੀ ਗੁਰੂ ਨੇ, ਅਨੇਕਾਂ ਹੀ ਧਰਮ ਨੇ, ਅਨੇਕਾਂ ਹੀ ਕਰਮ ਨੇ, ਪਰ ਕੋਈ ਸਰੀਰ ਦੇ ਨਾਲ ਜੁੜਿਆ ਹੋਇਆ ਹੈ, ਕੋਈ ਇਮਾਰਤ ਦੇ ਨਾਲ, ਪਰ ਇੱਕ ਅਕਾਲ ਪੁਰਖ ਪਰਮਾਤਮਾ ਜਿਹੜਾ ਕਰਤਾ ਪੁਰਖ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਉਹਨੂੰ ਕੋਈ ਜਪਣ ਦਾ ਨਾਂ ਹੀ ਨਹੀਂ ਲੈਂਦਾ, ਉਹਨੂੰ ਕੋਈ ਚੇਤੇ ਹੀ ਨਹੀਂ ਕਰਦਾ। ਕਬੀਰ ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਏਕ ਵਿਚਾਰ। ਕਬੀਰ ਸਾਹਿਬ ਜੀ ਕਹਿੰਦੇ ਵੀ ਰਾਮ ਰਾਮ ਸਾਰੇ ਸੰਸਾਰ ਦੇ ਵਿੱਚ ਲੋਕ ਜਪਦੇ ਨੇ, ਪਰ ਰਾਮ ਕਹਿਣ ਦੇ ਵਿੱਚ ਵੀ ਇੱਕ ਭੇਦ ਹੈ, ਇੱਕ ਵਿਚਾਰ ਹੈ। ਸੋਈ ਰਾਮ ਸਭੇ ਕਹੇ ਸੋਈ ਕੌਤਕ ਹਾਰ। ਇੱਕ ਰਾਮ ਅਕਾਲ ਪੁਰਖ ਪਰਮਾਤਮਾ ਹੈ ਤੇ ਇੱਕ ਰਾਮ ਦਸ਼ਰਥ ਦਾ ਪੁੱਤਰ ਹੈ। ਇਵੇਂ ਕਰਕੇ ਸੰਸਾਰ ਦੇ ਵਿੱਚ ਜੋ ਵੀ ਇਨਸਾਨ ਅਕਾਲ ਪੁਰਖ ਪਰਮਾਤਮਾ ਨੂੰ ਜਪਣ ਦਾ ਯਤਨ ਕਰਦਾ ਹੈ, ਉਹ ਉਲਝ ਜਾਂਦਾ ਹੈ ਵੀ ਰਾਮ ਅਸਲ ਦੇ ਵਿੱਚ ਹੈ ਕਿਹੜਾ, ਕਿਉਂਕਿ ਸੰਸਾਰ ਦੇ ਵਿੱਚ ਕਰਤਾ ਪੁਰਖ ਇੱਕੋ ਹੀ ਹੈ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ ਹੈ, ਕਰਤਾ ਪੁਰਖ। ਤੇ ਉਸ ਕਰਤੇ ਪੁਰਖ ਨੂੰ ਜੇ ਜਪਣਾ ਹੈ ਤੇ ਸਾਨੂੰ ਸਭ ਤੋਂ ਪਹਿਲਾਂ ਇਹ ਗੱਲ ਜਾਣਨੀ ਹੋਵੇਗੀ ਕਿ ਜਦੋਂ ਕੁਝ ਵੀ ਨਹੀਂ ਸੀਗਾ ਤਦੋਂ ਪ੍ਰਮਾਤਮਾ ਨੇ ਸਾਜਿਆ ਸਾਨੂੰ, ਕਿਉਂਕਿ ਬਣੀ ਹੋਈ ਵਸਤੂ ਸਾਰਾ ਕੁਝ ਹੋਣ ਦੇ ਨਾਲ, ਜਿਵੇਂ ਇੱਕ ਰਾਜ ਮਿਸਤਰੀ ਬਿਲਡਰ ਕਹਿ ਲਓ, ਉਹ ਕਿਸੇ ਇਮਾਰਤ ਨੂੰ ਖੜਾ ਕਰਦਾ ਹੈ, ਬੇਸ਼ੱਕ ਇਮਾਰਤ ਉਸਨੇ ਖੜੀ ਕੀਤੀ ਹੈ, ਪਰ ਉਹ ਜਿਹੜਾ ਮਟੀਰੀਅਲ ਜਿਹੜਾ ਲਾਇਆ ਗਿਆ ਹੈ, ਜੋ ਵੀ ਸਾਜੋ ਸਮਾਨ ਸੀਗਾ, ਉਹ ਹੋਣ ਦੇ ਕਰਕੇ ਹੀ ਉਹ ਬਣਾਈ ਗਈ ਹੈ। ਜੇ ਉਹ ਸਮਾਨ ਹੀ ਨਾ ਹੁੰਦਾ, ਉਹਦੇ ਲਈ ਸਰੀਆ, ਰੇਤ, ਬਜਰੀ, ਸੀਮਿੰਟ ਜੋ ਵੀ ਉੱਥੇ ਚਾਹੀਦਾ ਸੀ ਉਹ ਉਹਨੇ ਇਸਤੇਮਾਲ ਕੀਤਾ, ਪਰ ਉਹਨੂੰ ਪਹਿਲਾਂ ਉਹ ਮਿਲਿਆ ਹੋਇਆ ਸੀ ਧਰਤੀ ਤੇ, ਉਹ ਚੀਜ਼ਾਂ ਮੌਜੂਦ ਸਨ। ਇਵੇਂ ਕਰਕੇ ਸੁਨਾਰ ਜਿਹੜਾ ਹੈ, ਉਹ ਜਿਹਨੇ ਸੋਨਾ ਬਣਾਇਆ ਤੇ ਉਹਨੇ ਖਾਣਾ ਦੇ ਵਿੱਚੋਂ ਸੋਨਾ ਲੈ ਕੇ ਆਂਦਾ, ਫਿਰ ਉਹਨੂੰ ਸੋਧਿਆ ਗਿਆ, ਸੋਧ ਕੇ ਫਿਰ ਉਹਨੂੰ ਅੱਗ ਦਿੱਤੀ ਗਈ। ਅੱਗ ਦੇਣ ਤੋਂ ਬਾਅਦ ਜਦੋਂ ਸਾਫ਼ ਹੋਇਆ, ਸ਼ੁੱਧ ਹੋਣ ਤੋਂ ਬਾਅਦ ਉਹਦਾ ਸੋਨੇ ਦਾ ਘਾੜਤ ਕੜੀ ਗਈ, ਗਹਿਣੇ ਬਣਾਏ ਗਏ। ਇਹਦਾ ਮਤਲਬ ਸੋਨਾ ਪਹਿਲਾਂ ਸੀਗਾ, ਪਰ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਹੈ, ਗੁਰਬਾਣੀ ਕਹਿੰਦੀ ਜਦੋਂ ਕੁਝ ਵੀ ਨਹੀਂ ਸੀਗਾ, ਬਿਲਕੁਲ ਕੁਝ ਨਹੀਂ ਸੀ, ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ। ਕਹਿੰਦੇ ਕੁਛ ਵੀ ਨਹੀਂ ਸੀਗਾ, ਕੇਵਲ ਧੁੰਦ ਪਸਾਰਾ ਸੀਗਾ, ਨਾ ਅਸਮਾਨ ਨਾ ਧਰਤੀ ਸੀ। ਧਰਨ ਨਾ ਗਗਨਾ, ਨਾ ਧਰਤੀ ਸੀ ਨਾ ਗਗਨ ਸੀ, ਹੁਕਮ ਅਪਾਰਾ, ਨਾ ਦਿਨ ਰੈਣ, ਨਾ ਦਿਨ ਸੀ ਨਾ ਰਾਤ ਸੀ, ਨਾ ਚੰਦ ਨਾ ਸੂਰਜ, ਨਦੀ ਨਾ ਨੀਰ ਵਹਾਏਂਦਾ, ਨਾ ਨਦੀਆਂ ਦੇ ਵਿੱਚ ਪਾਣੀ ਵਹਿੰਦਾ ਸੀ, ਕਿਉਂਕਿ ਕੁਛ ਵੀ ਨਹੀਂ ਸੀਗਾ। ਤੇ ਪਰਮਾਤਮਾ ਜੀ ਨੇ ਕੀ ਕੀਤਾ, ਕੀਤਾ ਪਸਾਓ ਏਕੋ ਕਵਾਓ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੋਈ ਕੁਦਰਤ ਸਾਜੀਏ। ਫਿਰ ਦੂਜੀ ਕੁਦਰਤ ਸਾਜੀ, ਘਰ ਆਸਨ ਡਿਠੋ ਚਾਓ, ਉਹਦੇ ਵਿੱਚ ਆਸਨ ਲਾ ਲਿਆ।
ਇਸ ਕਰਕੇ ਜਿਹੜੀ ਸ੍ਰਿਸ਼ਟੀ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੇ ਜੋ ਬਣਾਇਆ ਹੈ, ਉਹਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਆਪ ਟਿਕਿਆ ਹੈ, ਆਪ ਉਹਦੇ ਵਿੱਚ ਬੈਠ ਗਿਆ। ਪਰ ਕੋਈ ਵੀ ਇਨਸਾਨ ਜੇ ਕਿਸੇ ਵਸਤੂ ਨੂੰ ਬਣਾਉਂਦਾ ਹੈ ਤੇ ਉਹਦੇ ਵਿੱਚ ਆਪਣਾ ਆਪ ਟਿਕਾਣਾ ਨਹੀਂ ਕਰ ਸਕਦਾ। ਬੇਸ਼ੱਕ ਉਹਦੇ ਉੱਪਰ ਅਸੀਂ ਨਾਮ ਲਿਖ ਦਈਏ ਕਿ ਫਲਾਣੀ ਦੁਕਾਨ ਨੇ ਬਣ ਕੇ ਆਇਆ, ਫਲਾਣੇ ਸੁਨਿਆਰੇ ਨੇ ਬਣਾਇਆ, ਜਾਂ ਕਿਸੇ ਮਿਸਤਰੀ ਨੇ ਬਿਲਡਿੰਗ ਨੂੰ ਤਿਆਰ ਕੀਤਾ, ਉਹਦਾ ਨਾਮ ਲਿਖ ਦਿੱਤਾ ਜਾਂਦਾ ਹੈ। ਪਰ ਜਿਹੜਾ ਕਰਤਾ ਪੁਰਖ ਅਕਾਲ ਪੁਰਖ ਪਰਮਾਤਮਾ ਹੈ, ਉਹ ਹਰ ਇੱਕ ਥਾਂ ਦੇ ਉੱਪਰ ਵਰਤ ਗਿਆ। ਜੋ ਵਸਤੂ ਉਸਨੇ ਬਣਾਈ ਉਹਦੇ ਵਿੱਚ ਉਹਨੇ ਆਪਣਾ ਟਿਕਾਣਾ ਕੀਤਾ ਹੈ। ਇਸ ਕਰਕੇ ਉਹ ਕਰਤਾ ਪੁਰਖ ਜਿਹੜਾ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ, ਬਣਾਉਣ ਵਾਲਾ ਹੈ, ਉਹਦੇ ਤੱਕ ਸਾਡੀ ਪਹੁੰਚ ਨਹੀਂ ਹੈ, ਅਸੀਂ ਉਰੇ ਰਹਿ ਗਏ। ਤੇ ਗੁਰਬਾਣੀ ਨੇ ਇੱਕ ਗੱਲ ਸਾਨੂੰ ਸਮਝਾਈ ਹੈ, ਕਹਿੰਦੇ ਮਨੁੱਖ ਦੀ ਹਾਲਤ ਪਤਾ ਕੀ ਹੈ? ਮਨੁੱਖ ਦੀ ਹਾਲਤ ਜਿਹੜੀ ਉਹ ਇਹੋ ਜਿਹੀ ਹੈ ਕਿ ਏਕੇ ਪਾਥਰ ਕੀਚੇ ਪਾਓ, ਏਕੇ ਪਾਥਰ ਧਰੀਏ ਪਾਉ। ਇੱਕ ਪੱਥਰ ਦੇ ਨਾਲ ਪ੍ਰੇਮ ਕਰਦਾ ਹੈ, ਇੱਕ ਪੱਥਰ ਦੀ ਪੂਜਾ ਕਰਦਾ ਹੈ, ਤੇ ਇੱਕ ਪੱਥਰ ਦੇ ਉੱਤੇ ਜਾ ਕੇ ਪੈਰ ਧਰ ਲੈਂਦਾ ਹੈ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਕਹਿੰਦੇ ਇੱਕ ਪੱਥਰ ਜਿਹਦੀ ਤੂੰ ਪੂਜਾ ਕੀਤੀ ਏ ਉਹ ਦੇਵਤਾ ਸੀ, ਤੇ ਜਿਹੜਾ ਪੱਥਰ ਦੇ ਉੱਤੇ ਤੂੰ ਪੈਰ ਧਰਿਆ ਉਹ ਵੀ ਤਾਂ ਦੇਵਤਾ ਹੀ ਹੈ ਨਾ, ਉਹ ਵੀ ਤਾਂ ਦੇਵਤਾ ਹੈ ਨਾ। ਫਿਰ ਆਖਿਰਕਾਰ ਮਨੁੱਖ ਦੇ ਕੋਲ ਪੱਲੇ ਕੀ ਹੈ? ਕੀ ਕਰੇ ਮਨੁੱਖ? ਕਿਉਂਕਿ ਤਾਂ ਫਸਿਆ ਬੜਾ ਕਸੂਤਾ ਹੈ, ਸਮਝ ਨਹੀਂ ਆ ਰਿਹਾ। ਤੇ ਗੱਲ ਬਿਲਕੁਲ ਸਪਸ਼ਟ ਹੈ ਵੀ ਸਮਝ ਬਿਲਕੁਲ ਨਹੀਂ ਆ ਰਿਹਾ ਵੀ ਅਸੀਂ ਰੱਬ ਨੂੰ ਜਪੀਏ ਤੇ ਜਪੀਏ ਕਿਵੇਂ, ਉਹਦੇ ਤੱਕ ਪਹੁੰਚੀਏ ਤੇ ਕਿਵੇਂ ਪਹੁੰਚੀਏ। ਕਿਉਂਕਿ ਗੁਰਬਾਣੀ ਨੇ ਇਹ ਗੱਲ ਸਾਨੂੰ ਸਪਸ਼ਟ ਕਰਕੇ ਸਮਝਾਈ ਹੈ ਕਿ ਜਿਹੜਾ ਕਰਤਾ ਪੁਰਖ ਉਹ ਕਦੀ ਮਰਦਾ ਨਹੀਂ ਹੈ। ਉਹ ਕਦੀ ਮਰਦਾ ਨਹੀਂ ਹੈ। ਸੋ ਮੁਖ ਜਲੋਂ ਜਿਤ ਕਹੇ ਠਾਕੁਰ ਜੋਨੀ। ਕਹਿੰਦੇ ਉਹ ਮੁਖ ਜਿਹੜਾ ਹੈ ਨਾ ਉਹ ਸੜ ਜਾਵੇ ਜਿਹੜਾ ਕਹਿੰਦਾ ਵੀ ਰੱਬ ਜੂਨੀਆਂ ਚ ਆਉਂਦਾ ਹੈ। ਕਿਉਂਕਿ ਰੱਬ ਜੂਨੀਆਂ ਚ ਨਹੀਂ ਆਉਂਦਾ, ਇਹਦਾ ਮਤਲਬ ਰੱਬ ਇੱਕ ਵੱਖਰਾ ਹੈ, ਪਰਮਾਤਮਾ ਦੀ ਹੋਂਦ ਇੱਕ ਵੱਖਰੀ ਹੈ, ਉਹ ਜੂਨੀਆਂ ਚ ਨਹੀਂ ਆਉਂਦਾ। ਸੋ ਮੁਖ ਜਲੋਂ ਜਿਤ ਕਹੇ ਠਾਕੁਰ ਜੋਨੀ। ਕਹਿੰਦੇ ਨੇ ਜਿਹੜਾ ਕਹਿੰਦਾ ਵੀ ਰੱਬ ਜੂਨੀਆਂ ਚ ਆਉਂਦਾ ਹੈ ਉਹ ਮੁਖ ਸੜ ਜਾਵੇ। ਤੇ ਰੱਬ ਜੇ ਜੂਨੀਆਂ ਚ ਆਉਂਦਾ ਤੇ ਫਿਰ ਰੱਬ ਹੀ ਜੇ ਅਕਾਲ ਪੁਰਖ ਪਰਮਾਤਮਾ ਜਿਹਨੇ ਸਾਨੂੰ ਇਹਨਾਂ ਜੂਨਾਂ ਤੋਂ ਬਚਾਉਣਾ ਹੈ, ਉਹੀ ਜੂਨੀਆਂ ਦੇ ਵਿੱਚ ਆਉਂਦਾ ਤੇ ਫਿਰ ਉਹਦੇ ਨਾਲੋਂ ਵੱਡਾ ਇੱਕ ਹੋਰ ਹੋਏਗਾ ਫਿਰ। ਤੇ ਜੇ ਉਹ ਜੂਨੀਆਂ ਚ ਆਉਂਦਾ ਹੈ ਤੇ ਫਿਰ ਸਾਨੂੰ ਮੁਕਤ ਕਰਨ ਵਾਲਾ ਕੌਣ ਹੈ? ਕਿਉਂਕਿ ਰੱਬ ਤਾਂ ਆਪ ਜੂਨੀਆਂ ਦੇ ਵਿੱਚ ਆਈ ਜਾਂਦਾ ਹੈ, ਆਪ ਇਹਨਾਂ ਚੱਕਰਾਂ ਦੇ ਆਪਾ ਸਮਾਂ ਬਣਾ ਕੇ ਆਪ ਹੀ ਸਮੇਂ ਦੇ ਵਿੱਚ ਫਸ ਗਿਆ। ਆਪੇ ਉਹਨੇ ਸਮਾਂ ਉਸੇ ਨੇ ਬਣਾਇਆ ਨਾ, ਦਿਨ ਰਾਤ ਦੁਪਹਿਰ ਸ਼ਾਮਾਂ, ਜੀਵਨ, ਬਚਪਨ, ਜਵਾਨੀ, ਬਿਰਧ, ਉਸ ਤੋਂ ਬਾਅਦ ਮੌਤ, ਜਨਮ ਮਰਨ, ਸਾਰਾ ਕੁਛ ਉਸ ਅਕਾਲ ਪੁਰਖ ਪਰਮਾਤਮਾ ਨੇ ਬਣਾਇਆ। ਤੇ ਕਹਿੰਦੇ ਆਪ ਬਣਾ ਕੇ, ਤੇ ਜੇ ਆਪ ਵੀ ਇਸ ਸਮੇਂ ਦੇ ਅਧੀਨ ਹੈ, ਸਮੇਂ ਦੇ ਵਿੱਚ, ਤੇ ਫਿਰ ਸਮਾਂ ਵੱਡਾ ਹੈ, ਰੱਬ ਵੱਡਾ ਨਹੀਂ ਹੈ। ਕੁਦਰਤ ਵੱਡੀ ਹੈ, ਫਿਰ ਰੱਬ ਵੱਡਾ ਨਹੀਂ ਹੈਗਾ। ਪਰ ਇਸ ਉਲਝਣ ਦੇ ਵਿੱਚ ਅਸੀਂ ਤਾਂ ਕਰਕੇ ਪੈ ਗਏ ਕਿਉਂਕਿ ਸਾਡੀ ਉੱਥੋਂ ਤੱਕ ਪਹੁੰਚ ਨਹੀਂ ਹੈ। ਅਸੀਂ ਜਿਸ ਚੀਜ਼ ਨੂੰ ਵੇਖਦੇ ਹਾਂ ਸਾਡਾ ਚਿੱਤ ਉਸ ਨਾਲ ਜੁੜਦਾ ਹੈ। ਜਿਹੜੀ ਚੀਜ਼ ਦ੍ਰਿਸ਼ਟਮਾਨ ਹੈ, ਜਿਹੜੀ ਦਿਸ ਰਹੀ ਹੈ, ਉਹਦੇ ਨਾਲ ਸਾਡਾ ਚਿੱਤ ਜੁੜਦਾ। ਜਿਹੜੀ ਅਦ੍ਰਿਸ਼ਟ ਹੈ, ਅਵਿਨਾਸ਼ੀ ਹੈ, ਜਿਹੜੀ ਸਾਨੂੰ ਦਿਸ ਨਹੀਂ ਰਹੀ, ਉਹਦੇ ਨਾਲ ਸਾਡਾ ਚਿੱਤ ਨਹੀਂ ਜੁੜਦਾ। ਪਰ ਉਹ ਹੈ। ਗੁਰਬਾਣੀ ਕਹਿੰਦੀ ਹੈ ਅਕਾਲ ਪੁਰਖ ਪਰਮਾਤਮਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ। ਉਹ ਹੈਗਾ ਹੈ ਪਰਮਾਤਮਾ, ਦਿਸਦਾ ਹੈ, ਸਭ ਕੁਝ ਵੇਖ ਵੀ ਰਿਹਾ ਹੈ, ਤੇ ਪਰ ਇਥੋਂ ਤੱਕ ਸਾਡੀ ਪਹੁੰਚ ਨਹੀਂ ਹੈਗੀ। ਤੇ ਗੁਰਬਾਣੀ ਨੇ ਸਾਨੂੰ ਸ਼ਬਦ ਦਿੱਤਾ ਹੈ, ਕਹਿੰਦੇ ਫਿਰ ਜੇ ਪਹੁੰਚ ਨਹੀਂ ਨਾ ਹੈਗੀ ਤੇ ਇਹਦਾ ਮਤਲਬ ਤੇਰਾ ਆਤਮਕ ਜੀਵਨ ਜਿਹੜਾ ਹੈ ਉਹ ਬੜਾ ਨੀਵਾਂ ਹੋ ਚੁੱਕਾ ਹੈ। ਆਤਮਕ ਜੀਵਨ ਜਿਹੜੀ ਜਿਹਨੂੰ ਕਹਿੰਦੇ ਆਤਮਾ ਨੂੰ ਉੱਚੇ ਚੁੱਕਣਾ, ਜਿਹੜੀ ਆਤਮਾ ਜਿਹੜੀ ਹੈ ਉਹ ਸੜਨ ਦੇ ਵਿੱਚ ਕਿਉਂ ਹੈ? ਕਿਉਂ ਇਸ ਜਲਨ ਦੇ ਵਿੱਚ ਲੱਗੀ ਹੋਈ ਹੈ? ਕਿਉਂ ਤੇਰੀ ਆਤਮਾ ਨੂੰ ਇੰਨੇ ਫਿਕਰ ਪਏ ਨੇ? ਕਿਉਂ ਤੇਰੀ ਆਤਮਾ ਇੰਨੀ ਕਸ਼ਟ ਸਹਾਰਦੀ ਪਈ ਹੈ? ਕਿਉਂ ਤੇਰੀ ਇੰਨੀ ਆਤਮਾ ਇੰਨੀ ਕਸ਼ਟ ਸਹਾਰਦੀ ਪਈ? ਸਾਨੂੰ ਸਮਝ ਹੀ ਨਹੀਂ ਆਉਂਦਾ ਵੀ ਗੁਰਬਾਣੀ ਕਹਿੰਦੀ ਹੈ ਕਿ ਜਦੋਂ ਤੇਰੀ ਆਤਮਕ ਅੰਦਰ ਤੌਰ ਤੇ ਤੂੰ ਜੁੜ ਗਿਆ ਨਾ, ਫਿਰ ਉਸ ਸਮੇਂ ਤੈਨੂੰ ਬਾਹਰ ਦੇ ਦੁੱਖ ਤਾਂ ਕੀ ਡਰਾਉਣਗੇ, ਤੈਨੂੰ ਕੋਈ ਬੰਦਾ ਤਾਂ ਕੀ ਡਰਾ ਸਕਦਾ, ਤੈਨੂੰ ਮੌਤ ਵੀ ਨਹੀਂ ਡਰਾ ਸਕਦੀ। ਜਦੋਂ ਤੂੰ ਆਤਮਕ ਅੰਦਰ ਤੌਰ ਤੇ ਪੱਕਾ ਹੋ ਗਿਆ, ਮਜ਼ਬੂਤ ਹੋ ਗਿਆ,
ਤੇ ਜਿਨ੍ਹਾਂ ਨੇ ਜਪਿਆ ਵਾਹਿਗੁਰੂ ਦਾ ਨਾਮ, ਉਹਨਾਂ ਦੀਆਂ ਖੋਪਰੀਆਂ ਲੁਹਾ ਦਿੱਤੀਆਂ ਗਈਆਂ। ਤਾਂ ਅਸੀਂ ਕਹਿ ਰਹੇ ਹੁੰਦੇ ਹਾਂ ਵੀ ਖੋਪਰੀ ਕਿਵੇਂ ਉਤਾਰੀ ਜਾ ਸਕਦੀ ਹੈ? ਫਿਰ ਖੋਪਰ ਉਤਾਰ ਦੇਣਾ, ਤੇ ਉਸ ਤੋਂ ਬਾਅਦ ਕੋਈ ਵੀ ਮਨੁੱਖ ਹੈ ਇਸ ਦਰਦ ਨੂੰ ਨਹੀਂ ਸਹਾਰ ਸਕਦਾ। ਉਹ ਚਾਹੇਗਾ ਕਿ ਹੁਣ ਮੌਤ ਆ ਜਾਵੇ। ਕਿੰਨਾ ਕੁ ਭਾਣੇ ਨੂੰ ਮਿੱਠਾ ਕਰਕੇ ਮੰਨ ਸਕਦੇ ਹਾਂ ਆਪਾਂ? ਸਾਡੇ ਖੋਪਰੀ ਉਤਰ ਜਾਵੇ ਤਾਂ ਅਸੀਂ ਕਹਿੰਦੇ ਹਾਂ ਵੀ ਹੁਣ ਖੋਪਰੀ ਉਤਰਨ ਤੋਂ ਬਾਅਦ ਕੁਝ ਬਚਿਆ ਹੀ ਨਹੀਂ ਆ, ਹੁਣ ਤਾਂ ਮਰ ਜਾਣਾ, ਮੌਤ ਆ ਜਾਵੇ ਤਾਂ ਚੰਗੀ ਹੈ। ਪਰ ਕੋਈ ਵਿਰਲਾ ਹੀ ਮਨੁੱਖ ਹੋਏਗਾ, ਭਾਈ ਤਾਰੂ ਸਿੰਘ ਜੀ ਵਰਗਾ, ਜਿਹੜਾ 21 ਦਿਨ ਬਾਅਦ ਵਿੱਚ ਵੀ ਜੀਵਤ ਰਹੇ ਨੇ। ਤੇ ਤਦੋਂ ਵੀ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਉੱਪਰ ਕੋਈ ਗਿਲਾ ਨਹੀਂ ਕੀਤਾ। ਉਹਨਾਂ ਨੇ ਇਹ ਨਹੀਂ ਆਖਿਆ ਕਿ ਹੁਣ ਮੈਂ ਆਤਮ ਹੱਤਿਆ ਕਰ ਲਵਾਂ, ਕਿਉਂਕਿ ਇਹ ਦਰਦ ਸਹਾਰੀ ਨਹੀਂ ਜਾਂਦੀ ਮੇਰੇ ਤੋਂ। ਖੋਪਰ ਲਾ ਦੇਣਾ, ਖੋਪਰੀ ਲਾ ਦੇਣੀ, ਬਿਲਕੁਲ ਕੋਈ ਛੋਟੀ ਜੀ ਗੱਲ ਥੋੜੀ ਹੈ। ਫਿਰ ਉਹਦੀ ਦਰਦ 21 ਦਿਨ ਸਹਾਰਨੀ ਹੈ, 21 ਦਿਨ ਤੱਕ ਦਰਦ ਸਹਾਰਨੀ। ਤੇ ਕਹਿੰਦੇ ਫਿਰ ਹੁਣ 21 ਦਿਨ ਦਰਦ ਸਹਾਰਨ ਤੋਂ ਬਾਅਦ ਵੀ ਬੰਦਾ ਇਹੀ ਆਖੀ ਜਾਵੇ, ਰੱਬ ਜੀ ਜੋ ਤੂੰ ਕਰਦਾ ਹੈ ਸੋ ਚੰਗਾ ਹੈ, ਤੇਰੇ ਹੁਕਮ ਦੇ ਵਿੱਚ ਰਹਿਣਾ ਹੀ ਮੇਰੇ ਲਈ, ਉਸ ਨੂੰ ਕਿਹਾ ਜਾਂਦਾ ਹੈ ਜੀਵਤ। ਤੇ ਗੁਰਬਾਣੀ ਕਹਿੰਦੀ ਹੈ ਜਿਹੜਾ ਮਨੁੱਖ ਇੱਕ ਪਛਾਣ ਲੈਂਦਾ ਨਾ, ਇੱਕ ਅਕਾਲ ਪੁਰਖ ਪਰਮਾਤਮਾ ਨੂੰ ਪਛਾਣ ਲੈਂਦਾ ਹੈ, ਉਹ ਜੀਵਤ ਹੈ, ਉਹ ਜੀਵਿਆ, ਉਹਨੇ ਜੀਵਨ ਦੇ ਵਿੱਚ ਪਰਮਾਤਮਾ ਨੂੰ ਮੰਨ ਲਿਆ, ਜਾਣ ਲਿਆ ਹੈ। ਤੇ ਜਿਨ੍ਹਾਂ ਨੇ ਇੱਕ ਦੀ ਪਛਾਣ ਨਹੀਂ ਕੀਤੀ, ਉਹ ਸਾਡੇ ਵਾਂਗੂ ਸੰਸਾਰ ਦੇ ਵਿੱਚ ਝਗੜਿਆਂ ਦੇ ਵਿੱਚ ਪੈ ਗਏ ਨੇ। ਕੋਈ ਕਹਿੰਦਾ ਜੀ ਵਾਹਿਗੁਰੂ ਕਹੋਗੇ ਤਾਂ ਰੱਬ ਮਿਲਦਾ ਹੈ, ਕੋਈ ਕਹਿੰਦਾ ਜੀ ਰਾਮ ਕਹੋਗੇ ਤਾਂ ਰੱਬ ਮਿਲਦਾ ਹੈ, ਕੋਈ ਕਹਿੰਦਾ ਵੀ ਅੱਲਾ ਅੱਲਾ ਆਖੋਗੇ ਤਾਂ ਰੱਬ ਮਿਲਦਾ ਹੈ। ਅੱਛਾ, ਰੱਬ ਨੂੰ ਇਹਨਾਂ ਦੇ ਵਿੱਚ ਧਰਮਾਂ ਦੇ ਵਿੱਚ ਜਿਵੇਂ ਅੱਜ ਵੀ ਬਹੁਤੇ ਲੋਕ ਕਰਦੇ ਨੇ, ਉਹ ਕਹਿੰਦੇ ਨੇ ਵੀ ਕਿਸੇ ਵੀ ਪ੍ਰਕਾਰ ਦੇ ਨਾਲ ਜੇ ਕੋਈ ਸਿੱਖ ਹੈ ਤਾਂ ਉਹ ਕਹਿੰਦਾ ਵੀ ਸਾਰੀ ਦੁਨੀਆ ਸਿੱਖ ਹੋਣੀ ਚਾਹੀਦੀ ਹੈ, ਜੇ ਕੋਈ ਹਿੰਦੂ ਹੈ ਤਾਂ ਉਹ ਕਹਿੰਦੇ ਵੀ ਸਾਰੇ ਹਿੰਦੂ ਹੋਣੇ ਚਾਹੀਦੇ, ਜੇ ਮੁਸਲਮਾਨ ਹੈ ਤਾਂ ਉਹ ਕਹਿੰਦੇ ਵੀ ਸਾਰੇ ਮੁਸਲਮਾਨ ਹੋਣੇ ਚਾਹੀਦੇ ਨੇ, ਇਹੀ ਧਰਮ ਸਾਡਾ ਜਿਹੜਾ ਪਵਿੱਤਰ ਹੈ। ਤੇ ਉਹਦੇ ਵਾਸਤੇ ਕੀ ਕਰਨਾ ਪਵੇ? ਕੁਝ ਵੀ ਕਰਨਾ ਪਵੇ, ਸਾਨੂੰ ਆਪਣੇ ਧਰਮ ਦੇ ਵਿੱਚ ਲੈ ਕੇ ਆਉਣਾ ਹੈ। ਜੇ ਸਿੱਖ ਹੈ ਤਾਂ ਉਹ ਵੀ ਕਹਿੰਦੇ ਵੀ ਸਾਡੇ ਧਰਮ ਦੇ ਵਿੱਚ ਆਓ, ਸਾਡਾ ਧਰਮ ਸੁਚੇਤ ਹੈ, ਸਾਡਾ ਧਰਮ ਸਾਵਧਾਨ ਹੈ। ਪਰ ਇੱਕੋ ਗੱਲ ਕਹਿ ਦਿਓ, ਕਹਿੰਦੇ ਗੁਰਬਾਣੀ ਪੜ੍ਹੋ, ਗੁਰਬਾਣੀ ਨੂੰ ਜਪੋ, ਤੁਹਾਨੂੰ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਸ ਧਰਮ ਦੇ ਵਿੱਚ ਕੀ ਖਾਸੀਅਤ ਹੈ, ਇਸ ਧਰਮ ਦੇ ਵਿੱਚ ਕੀ ਖਾਸ ਹੈ। ਇਸ ਧਰਮ ਦੇ ਵਿੱਚ ਇਹ ਖਾਸ ਹੈ ਕਿ ਜੋ ਹੱਕ ਪੁਰਸ਼ਾਂ ਨੂੰ ਦਿੱਤਾ ਜਾਂਦਾ ਹੈ, ਉਹੀ ਹੱਕ ਇਸਤਰੀਆਂ ਨੂੰ ਦਿੱਤਾ ਜਾਂਦਾ ਹੈ। ਗੱਲ ਛੋਟੀ ਜੀ ਨਹੀਂ ਹੈ, ਵੇਖਣ ਨੂੰ ਲੱਗਦਾ ਵੀ ਅੱਜ ਦੇ ਸਮੇਂ ਦੇ ਵਿੱਚ, ਪਰ ਜਦੋਂ ਇਹਦਾ ਪਿਛੋਕੜ ਫੋਲਿਆ ਜਾਵੇ ਨਾ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਪੰਡਤ ਹਰਦਿਆਲ ਜੀ ਜਨੇਊ ਪਾਉਣ ਲੱਗਦੇ ਨੇ ਤੇ ਪੰਡਤ ਜੀ ਨੂੰ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਪੰਡਤ ਜੀ ਇਹ ਜਿਹੜਾ ਜਨੇਊ ਤੁਸੀਂ ਮੇਰੇ ਗਲ ਦੇ ਵਿੱਚ ਪਾ ਰਹੇ ਹੋ, ਇਹਦਾ ਲਾਭ ਕੀ ਹੈ, ਇਹਦਾ ਕੀ ਫਾਇਦਾ ਹੈ? ਤੇ ਪੰਡਤ ਜੀ ਕਹਿੰਦੇ ਇਹਦੇ ਨਾਲ ਬੰਦਾ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਬੰਦਾ ਆਪਣੇ ਧਰਮ ਦੇ ਵਿੱਚ ਪ੍ਰਵੇਸ਼ ਕਰ ਜਾਂਦਾ ਹੈ, ਆਪਣੇ ਧਰਮ ਦੇ ਵਿੱਚ ਆ ਜਾਂਦਾ ਹੈ, ਤੇ ਉਹਨੂੰ ਧਰਮੀ ਆਖਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪੰਡਤ ਹਰਦਿਆਲ ਜੀ ਦੀ ਬਾਂਹ ਫੜ ਕੇ ਕਹਿੰਦੇ ਨੇ, ਮੇਰੀ ਭੈਣ ਮੇਰੇ ਤੋਂ 5 ਸਾਲ 10 ਸਾਲ ਵੱਡੀ ਹੈ, ਮੇਰੀ ਮਾਂ ਜਿਨੇ ਮੈਨੂੰ ਜਨਮ ਦਿੱਤਾ ਏ ਉਹਦੇ ਗਲ ਦੇ ਵਿੱਚ ਮੈਂ ਜਨੇਊ ਨਹੀਂ ਦੇਖਿਆ, ਭੈਣ ਦੇ ਗਲ ਦੇ ਵਿੱਚ ਮੈਂ ਜਨੇਊ ਨਹੀਂ ਦੇਖਿਆ, ਇਸ ਕਰਕੇ ਮੇਰੀ ਭੈਣ ਜਿਨੇ ਮੈਨੂੰ ਇੰਨਾ ਲਾਡ ਲਡਾਇਆ ਏ ਉਹ ਧਰਮ ਤੋਂ ਵਾਂਝੀ ਰਹਿ ਜਾਵੇ ਤੇ ਮੈਂ ਧਰਮੀ ਬਣ ਜਾਵਾਂ, ਇਹ ਹੋ ਨਹੀਂ ਸਕਦਾ। ਜਾਂ ਤਾਂ ਉਸ ਦੇ ਵੀ ਗਲ ਦੇ ਵਿੱਚ ਪਾ ਦਿਓ ਤੇ ਜਾਂ ਫਿਰ ਮੈਂ ਵੀ ਨਹੀਂ ਪਾਉਣਾ। ਤੇ ਕਹਿੰਦੇ ਹੁਣ ਜੇ ਤੁਸੀਂ ਬਾਹਰੀ ਤੌਰ ਤੇ ਮੈਨੂੰ ਕਹਿੰਦੇ ਹੋ ਜਨੇਊ ਪਾ ਲੈ ਤੇ ਮੈਂ ਧਰਮੀ ਬਣ ਜਾਵਾਂ, ਇਦਾਂ ਕੋਈ ਧਰਮੀ ਬਣ ਸਕਦਾ ਹੈ? ਇਵੇਂ ਕਰਕੇ ਅਸੀਂ ਸਾਰੇ ਕਹਿੰਦੇ ਵੀ ਸਾਰੇ ਸਿੱਖ ਬਣ ਜਾਓ, ਸਾਰੇ ਸਿੱਖ ਬਣ ਜਾਓ। ਤੇ ਜਦੋਂ ਬਾਣੀ ਦੀ ਗੱਲ ਆਉਂਦੀ ਹੈ, ਕਈਆਂ ਨੇ ਅੰਮ੍ਰਿਤ ਛਕਿਆ ਹੁੰਦਾ ਹੈ, ਅੰਮ੍ਰਿਤ ਛਕਣ ਤੋਂ ਬਾਅਦ ਜੇ ਉਹਨਾਂ ਨੂੰ ਪੁੱਛੀਏ ਤੁਹਾਨੂੰ ਪਾਠ ਕਰਨਾ ਆਉਂਦਾ, ਕਹਿੰਦੇ ਜੀ ਪਾਠ ਨਹੀਂ ਕਰਨਾ ਆਉਂਦਾ। ਕਿਉਂ? ਕਿਉਂਕਿ ਸਾਨੂੰ ਭਾਸ਼ਾ ਹੀ ਨਹੀਂ ਆਉਂਦੀ ਜਿਹੜੀ ਗੁਰਬਾਣੀ ਵਾਲੀ ਹੈ, ਇਹ ਪੰਜਾਬੀ ਨਹੀਂ ਪੜ੍ਹਨੀ ਆਉਂਦੀ। ਤੇ ਸਾਸੀ ਮਰਿਆਦਾ ਕੀ ਫੋਲੋ ਕਰਾਂਗੇ, ਮਰਿਆਦਾ ਦੇ ਅਨੁਸਾਰ ਕਿਵੇਂ ਚੱਲਾਂਗੇ? ਫਿਰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਗੁਰਬਾਣੀ ਕਹਿਣਾ ਕੀ ਚਾਹੁੰਦੀ ਹੈ। ਇਸ ਕਰਕੇ ਬਹੁਤੇ ਸਿੱਖ ਵਿਚਾਰੇ ਇਸ ਦੁਚਿੱਤੇਪਨ ਦੇ ਵਿੱਚ ਪਏ ਹੋਏ ਨੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਿਹੜੇ ਵੇਲੇ ਕਰਨਾ ਚਾਹੀਦਾ ਹੈ,
ਕਦੋਂ ਕਰਨਾ ਚਾਹੀਦਾ ਹੈ। ਜਦੋਂ ਗੁਰਬਾਣੀ ਨੇ ਇਹ ਗੱਲ ਸਪਸ਼ਟ ਤੌਰ ਤੇ ਸਾਨੂੰ ਕਹਿ ਦਿੱਤੀ ਕਿ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲਾ ਇਹੋ ਜਿਹਾ ਸਮਾਂ ਹੈ ਜਿਹਦੇ ਵਿੱਚ ਸਾਨੂੰ ਨਿਤਨੇਮ ਬਾਣੀਆਂ ਦਾ ਪਾਠ ਕਰਨ ਦੀ ਮਹਾਰਾਜ ਨੇ ਸਾਨੂੰ ਆਗਿਆ ਕੀਤੀ ਹੈ। ਵੀ ਇਹ ਨਿਤਨੇਮ, ਜਦੋਂ ਪੰਥ ਤੇ ਗ੍ਰੰਥ ਦੋਵੇਂ ਇੱਕੋ ਜਿਹੇ ਨੇ, ਜਦੋਂ ਪੰਥ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਵੀ ਤੁਸੀਂ ਇਹ ਨਿਤਨੇਮ ਦੀਆਂ ਬਾਣੀਆਂ ਨੇ, ਇਹਨਾਂ ਨੂੰ ਆਪਾਂ ਪੜ੍ਹਨਾ ਹੈ ਅੰਮ੍ਰਿਤ ਵੇਲੇ, ਤੇ ਮਨੁੱਖ ਕਹਿੰਦਾ ਵੀ ਨਹੀਂ, ਭਾਵੇਂ ਜਦੋਂ ਮਰਜ਼ੀ ਜਪ ਲਈਏ, ਪਰ ਸਮਾਂ ਤਾਂ ਕੋਈ ਹੈ ਨਾ, ਸਾਨੂੰ ਗੁਰਬਾਣੀ ਨੇ ਦਿੱਤਾ ਸਮਾਂ, ਕੁਝ ਦਿੱਤਾ ਗੁਰਬਾਣੀ। ਅੱਜ ਵੀ ਕਹਿੰਦੇ ਚਿੜੀ ਚੌਂਕੀ ਪਉ ਫੁੱਟੀ ਵਗਣ ਬਹੁਤ ਤਰੰਗ। ਚਿੜੀ ਚੌਂਕੀ ਦਾ ਭਾਵ ਹੁੰਦਾ ਹੈ ਕਿ ਅੰਮ੍ਰਿਤ ਵੇਲਾ। ਚੌਥੇ ਪਹਿਰ ਸੁਬਾ ਕੇ ਸੁਰਤਿਆਂ ਉਪਜੇ ਚਾਓ। ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਇਸ ਸਿਰ ਦਾ ਕੀ ਲਾਭ ਹੈ ਜੇ ਇਹਨੇ ਉੱਠ ਕੇ ਨਮਾਜ਼ ਹੀ ਨਹੀਂ ਪੜ੍ਹੀ ਤੇ। ਉੱਠ ਫਰੀਦਾ ਉਜੂ ਸਾਜ। ਉਜੂ ਕਹਿੰਦੇ ਨੇ ਮੂੰਹ ਹੱਥ ਧੋਣਾ, 5 ਇਸ਼ਨਾਨਾ ਕਰਨਾ। ਸੁਬਹ ਨਿਵਾਜ ਗੁਜ਼ਾਰ। ਸੁਬਹ ਨੂੰ ਕਿਹਨੂੰ ਕਹਿੰਦੇ ਨੇ? ਸੁਬਹ ਅੰਮ੍ਰਿਤ ਵੇਲੇ ਨੂੰ ਕਹਿੰਦੇ ਨੇ। ਸੁਬਹ ਨਿਵਾਜ ਗੁਜ਼ਾਰ ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਜਿਹੜਾ ਸਿਰ ਸਾਈਂ ਨੂੰ ਨਹੀਂ ਨਿਭਦਾ ਉਹ ਸਿਰ ਨੂੰ ਉਤਾਰ ਦੇ, ਖਤਮ ਕਰ ਦੇ। ਕੀ ਲਾਭ ਹੈ ਉਸ ਸਿਰ ਦਾ? ਉਸ ਦਾ ਕੋਈ ਫਾਇਦਾ ਨਹੀਂ ਹੈ, ਕੋਈ ਵੀ ਲਾਭ ਨਹੀਂ ਹੈ ਉਸ ਸਿਰ ਦਾ। ਜੋ ਸਿਰ ਸਾਈਂ ਨਾ ਨਿਵੇ ਸੋ ਸਿਰ ਕੱਪ ਉਤਾਰ। ਤੇ ਅਗਲੀ ਉਦਾਹਰਨ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਕਹਿੰਦੇ ਨੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਅੰਮ੍ਰਿਤ ਵੇਲੇ ਉਹ ਸਵਾਂਤੀ ਬੂੰਦ ਵਾਸਤੇ ਉਹਨੇ ਆਵਾਜ਼ ਮਾਰੀ, ਪ੍ਰਯੋ ਪ੍ਰਯੋ ਕਰਕੇ ਕਹਿੰਦੇ ਉਹ ਬੋਲਿਆ, ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਹੁਣ ਉਹਨੇ ਪੁਕਾਰ ਕਿਹਦੇ ਅੱਗੇ ਕੀਤੀ? ਬਦਲਾਂ ਅੱਗੇ ਕੀਤੀ ਜਾਂ ਪਰਮਾਤਮਾ ਅੱਗੇ ਕੀਤੀ? ਜੇ ਤਾਂ ਬਦਲਾਂ ਅੱਗੇ ਕੀਤੀ ਹੁੰਦੀ ਤੇ ਪ੍ਰਿਆ ਜਿਹੜਾ ਅੱਗੇ ਆਉਂਦਾ ਨਾ, ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਫਰਮਾਨ ਹੋਆ। ਫਰਮਾਨ ਤੋਂ ਭਾਵ ਹੁਕਮ ਹੋਇਆ ਬਦਲਾਂ ਨੂੰ। ਮੇਘੇ ਦਾ ਭਾਵ ਹੈ ਬੱਦਲ। ਬਦਲਾਂ ਨੂੰ ਫਰਮਾਨ ਹੋਇਆ, ਆਗਿਆ ਹੋਈ। ਅੱਛਾ, ਜੇ ਆਗਿਆ ਕਿਸੇ ਨੇ ਕੀਤੀ, ਇਹਦਾ ਮਤਲਬ ਬਬੀਹੇ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਹੈ, ਬਦਲਾਂ ਅੱਗੇ ਨਹੀਂ। ਤੇ ਜੇ ਬਦਲਾਂ ਅੱਗੇ ਅਰਦਾਸ ਕੀਤੀ, ਫਿਰ ਬਦਲਾਂ ਨੂੰ ਫਰਮਾਨ ਕੌਣ ਕਰਨ ਵਾਲਾ ਹੈ? ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਮੇਘੇ ਨੂੰ ਫਰਮਾਨ ਹੋਵਾ ਵਰਸੋ ਕਿਰਪਾ ਧਾਰ। ਫਿਰ ਰੱਬ ਨੇ ਉਹਨਾਂ ਨੂੰ ਫਰਮਾਨ ਕੀਤਾ, ਹੁਕਮ ਕੀਤਾ, ਵਰਸੋ ਕਿਰਪਾ ਧਾਰ ਕੇ ਮੂਲ ਧਾਰ। ਫਿਰ ਇਸ ਤਰ੍ਹਾਂ ਬਰਸਾਤ ਹੋਈ ਤੇ ਉਸ ਨੂੰ ਉਸ ਬੂੰਦ ਜਿਹੜੀ ਹੈ ਉਹ ਪ੍ਰਾਪਤ ਹੋ ਗਈ। ਉਹਨੇ ਆਪਣਾ ਜੀਵਨ ਪ੍ਰਾਪਤ ਕਰ ਲਿਆ, ਜੀਵਨ ਲੱਭ ਲਿਆ। ਇਵੇਂ ਕਰਕੇ ਅਸੀਂ ਜਦੋਂ ਸੰਸਾਰ ਦੇ ਵਿੱਚ ਆਉਣੇ ਆ, ਅਸੀਂ ਸੌਖੇ ਤੋਂ ਸੌਖਾ ਢੰਗ ਲੱਭਦੇ ਆ। ਤੇ ਜਿਹੜਾ ਬੰਦਾ ਸੌਖੇ ਤਰੀਕੇ ਨਾਲ ਬੰਦਗੀ ਕਰਦਾ ਹੋਵੇ, ਇਹ ਗੱਲ ਅਸੀਂ ਸਾਰੇ ਜਾਣਦੇ, ਉਹ ਕਿਸੇ ਨੂੰ ਵੀ ਜੱਚਦਾ ਨਹੀਂ ਹੈ। ਕਦੀ ਵੀ ਵੇਖੋ, ਬਾਣੀ ਪੜ੍ਹੋ, ਘਰ ਚਲਾਓ, ਪਰਿਵਾਰ ਚਲਾਓ, ਤੇ ਆਮ ਜ਼ਿੰਦਗੀ ਦੇ ਵਿੱਚ ਤੁਰੋ ਫਿਰੋ ਸ਼ਾਂਤ ਹੋ ਕੇ, ਤੇ ਤੁਹਾਨੂੰ ਲੋਕ ਧਰਮੀ ਨਹੀਂ ਕਹਿਣਗੇ, ਬਿਲਕੁਲ ਨਹੀਂ ਕਹਿਣਗੇ। ਜਦੋਂ ਤੁਸੀਂ ਵਿਖਾਵਾ ਕਰੋਗੇ, ਚੰਗੇ ਚਿੱਟੇ ਚੋਲੇ ਪਾਓਗੇ ਤੇ ਬਹੁਤ ਭਿਆਨਕ ਗੱਲਾਂ ਕਰੋਗੇ, ਕਹਿੰਦੇ ਵੀ ਕਿਸੇ ਦੂਜੇ ਧਰਮ ਨੂੰ ਮਾੜਾ ਆਖੀ ਜਾਓਗੇ, ਕਹਿੰਦੇ ਹਿੰਦੂ ਮਾੜਾ ਹੈ, ਮੁਸਲਮਾਨ ਮਾੜਾ ਹੈ, ਤਦੋਂ ਲੋਕੀ ਕਹਿਣਗੇ ਇਹ ਸੱਚਾ ਧਰਮੀ ਹੈ। ਜੇ ਤੁਸੀਂ ਕਹੋਗੇ ਗੁਰਬਾਣੀ ਅਨੁਸਾਰ ਕਿ ਮਾਨਸ ਕੀ ਜਾਤ ਸਭੇ ਕੇ ਪਹਿਚਾਨਬੋ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਫਿਰ ਲੋਕੀ ਤੁਹਾਨੂੰ ਧਰਮੀ ਨਹੀਂ ਕਹਿਣਗੇ। ਫਿਰ ਉਹ ਲੋਕੀ ਕਹਿਣਗੇ ਲੈ ਹੱਦ ਹੋ ਗਈ, ਇਹ ਤਾਂ ਮੁਸਲਮਾਨ ਹੈ, ਇਹ ਹਿੰਦੂ ਹੈ, ਤੇ ਬਾਬਾ ਜੀ ਕਹੀ ਜਾਂਦੇ ਨੇ ਵੀ ਸਾਰੇ ਇੱਕੋ ਜਿਹੇ ਨੇ। ਫਿਰ ਤੁਹਾਨੂੰ ਧਰਮੀ ਨਹੀਂ ਆਖਿਆ ਜਾਣੇਗਾ, ਤੁਹਾਨੂੰ ਆਖਿਆ ਜਾਏਗਾ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੂੰ ਜਿਵੇਂ ਆਖਿਆ ਗਿਆ ਸੀ ਨਾ, ਕੋਈ ਆਖੇ ਭੂਤ ਨਾ ਕੋਈ ਕਹੇ ਬੇਤਾਲਾ ਨਾਨ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ। ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਹਨਾਂ ਨੂੰ ਮੰਨਦੇ ਹੋ? ਤੇ ਉਹਨਾਂ ਨੇ ਇੱਕੋ ਗੱਲ ਕਹੀ ਵੀ ਨਾ ਅਸੀਂ ਹਿੰਦੂ ਹਾਂ ਤੇ ਨਾ ਆਪਾਂ ਮੁਸਲਮਾਨ ਹਾਂ, ਨਾ ਹੀ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ। ਇਸ ਕਰਕੇ ਉਹ ਕਹਿੰਦੇ ਅੱਛਾ ਤੁਸੀਂ ਜੇ ਮੁਸਲਮਾਨ ਵੀ ਨਹੀਂ ਹੈ ਤੇ ਤੁਸੀਂ ਹਿੰਦੂ ਵੀ ਨੇ, ਤੁਸੀਂ ਕੀ ਹੋ ਫਿਰ? ਤਾਂ ਉਹਨਾਂ ਨੇ ਕਹਿ ਦਿੱਤਾ ਸੀ ਵੀ ਬੇਸ਼ੱਕ ਲੋਕੀ ਮੈਨੂੰ ਪਾਗਲ ਕਹੀ ਜਾਂਦੇ ਨੇ, ਕਿਉਂਕਿ ਕਿਉਂ ਆਖਿਆ ਹੈ, ਦੋ ਹੀ ਧਰਮ ਸਨ ਉਸ ਸਮੇਂ, ਇੱਕ ਹਿੰਦੂ ਧਰਮ, ਇੱਕ ਮੁਸਲਮਾਨ ਧਰਮ, ਤੇ ਦੋਵਾਂ ਦੇ ਵਿੱਚੋਂ ਕੋਈ ਤੀਜਾ ਧਰਮ ਨਵਾਂ ਨਵੇਕਲਾ ਕੱਢਣਾ ਤੇ ਉਹਨੂੰ ਲੋਕ ਪਾਗਲ ਹੀ ਕਹਿਣਗੇ ਨਾ, ਇਹ ਨਹੀਂ ਪਾਗਲ ਹੈਗਾ, ਇਹਦਾ ਦਿਮਾਗ ਸੈੱਟ ਨਹੀਂ ਹੈਗਾ। ਤੇ ਲੋਕਾਂ ਨੇ ਕਿਹਾ ਕੋਈ ਕਹੇ ਆਦਮੀ ਨਾਨਕ ਵਿਚਾਰਾ, ਕਹਿੰਦੇ ਕੋਈ ਕਹੇ ਭੂਤਨਾ, ਕੋਈ ਕਹਿੰਦੇ ਵੀ ਭੂਤਨਾ ਹੈ, ਕੋਈ ਕਹੇ ਬੇਤਾਲਾ, ਕੋਈ ਕਹਿੰਦਾ ਵੀ ਪਾਗਲ ਹੋ ਚੁੱਕਾ ਹੈ, ਇਹਨੂੰ ਕੋਈ ਸੋਝੀ ਨਹੀਂ ਹੈ। ਤੇ ਗੁਰਬਾਣੀ ਕਹਿੰਦੀ ਹੈ ਵੀ
ना हम हिंदू ना मुसलमान, अल्लाह राम के पिंड प्राण। हुण अल्लाह किहड़ा है, जदों कह दिता भी मुसलमान नहीं है, असीं ना हिंदू हाँ ते ना ही असीं मुसलमान हाँ, ते हुण जिहड़ा मुसलमान धर्म है वो अल्लाह कहंदा है रब नूं। ते फिर बाद विच अगली पंक्ति च मन भी जांदे भी अल्लाह राम के पिंड प्राण, असीं अल्लाह दे प्राण हाँ, असीं अकाल पुरख परमात्मा नूं। इहदा मतलब जिहड़ा अल्लाह कहण वाला मुसलमान ही थोड़ा भी। हुण जे वाहिगुरू कहा है तो असीं कहने भी जिन्हें वाहिगुरू कह दिता वो सिख, जिन्हें अल्लाह कह दिता वो मुसलमान, जिन्हें राम कह दिता वो हिंदू। पर ये तिन्ने ही शब्द रब दे ने, एक अकाल पुरख परमात्मा दे ने, पर असीं इन्हां शब्दां नूं भी परमात्मा दे नामां नूं भी अपने अधीन कर लिया, आपदे अनुसार कर लिया। भी जे राम कहोगे तो हिंदू आखे जाओगे, जे वाहिगुरू आखोगे तो सिख आखे जाओगे, जे अल्लाह आखोगे तो मुसलमान आखे जाओगे। ते पर जिहड़ी गुरबाणी है वो इको गल कहंदी है कि कुदरत के सब बंदे एक नूर ते सब जग उपजिया, कौन भले को मंदे, कौन चंगे ते कौन मंदे, सारे अकाल पुरख परमात्मा जी दे हन, सारे वाहिगुरू दे हन। पर इत्थों तक कौन सोचदा है? गुरबाणी हुण इत्थे सानू बार बार समझाउंदी है। कहते वेखो असीं कह दिंदे भी जदों भी जागो उठ जावो तो उस वेले उठ के तुसीं समय दी संभाल कर लो, तुहाडा उही अमृत वेला हुंदा है। भावें दुपहरे भी उठ जाओ, जदों भी उठ जाओ उदों ही जाके नितनेम कर लवो, उदों ही अमृत वेला हुंदा है, उही अमृत वेला है। पर इत्थे गुरबाणी कहंदी है भी अमृत वेला जिहड़ा सच नाम वडियाई विचार, अमृत वेला किहनूं कहंदे ने? सवेर नूं कहंदे ने अमृत वेला। वडियाई विचार करमी आवे कपड़ा, नदरी मोख द्वार, परमात्मा दी सिफत सलाह दा कपड़ा तेरे कर्मां च आ जावेगा। ते कहंदे ने फिर अकाल पुरख परमात्मा दे घर दे विच तेरी इज्जत होवेगी, तू परवान होएगा। ते कहंदे ने अमृत वेले दे विच जिन्हां मनुखां ने नाम जपिया, अमृत वेले दे विच जिन्हां ने परमात्मा जी दी बंदगी कीती, उन्हां नूं रब लभा है, अकाल पुरख परमात्मा। सब तो पहली ये गल सानू जान लेनी चाहिए भी जिहड़ा भी मनुख संसार दे विच आया वो रब नहीं हो सकता। रब वर्गा तां आपां कह सकदे हां पर रब नहीं हो सकता। जे असीं उहनूं कह दिता भी ये रब है, ते जे रब दुनिया दे विच आ गया तो फिर ये गल गुरबाणी ने गल कही, सो मुख जलों जित कहे ठाकुर जोनी। वो मुख सड़ जावे जिहड़ा कहंदा रब दुनिया च आउंदा है। ते जे रब भी दुनिया च आ रहा है तो सानू बचाउण वाला कौन है? फिर साडी रखिया करन वाला कौन है? असीं उहदे तक्कर तां ही जाने कि सानू बचा लवेगा, साडी रखिया करेगा। फिर जे रब भी इन्हां दुनिया च आउंदा है तो फिर साडी संभाल करन वाला कौन है? रब दुनिया दे विच नहीं आउंदा ते करता पुरख सानू साजन वाला है, सानू बनाउण वाला है। ते उस नूं जपना किवें है? अमृत वेले दे नाल। वगन बहुत तरंग कहंदे ने फिर इस अमृत वेले दे विच बहुत सुहावना समा हुंदा है, बड़ा वधिया समा हुंदा है। ते इस अमृत वेले दे विच असीं वाहिगुरू दी संभाल करनी है। अचरज रूप संतन रचे, कहंदे ने फिर अचरज रूप संतां ने रच ले। संतन तो भाव हुंदा है इन्हां जीवां ने जिन्हां ने नाम जपिया, बंदगी कीती, रब दा सिमरन कीता। अच्छा, सिमरन करन दे नाल जे असीं सिमरन कर लईए सानू होएगा कि क्योंकि असीं संसारी जीवां ते सानू कुछ चाहीदा है। जे असीं सिमरन करिए ते सानू कुछ उहदे विचों मिलना चाहीदा है। ते गुरबाणी ने गल स्पष्ट कीती, कहंदे ने फुन द्रौपदी लाज रखी हर प्रभ जी, छीनत बस्त्र दीन बहु साज। जदों द्रौपदी जी दी उन्हां दे कपड़े जदों उतारे जांदे सीगे ते कहंदे उस समय उन्हां दे शरीर दे उपर कपड़े सजदे गए, क्योंकि उन्हां ने चेते कीता रब जी नूं, रब दे नाल ध्यान लाया ते उन्हां ने रब दे अगे अरदास कीती। ते कहंदे छीनत बस्त्र दीन बहु साज, गुरबाणी दा शब्द है। फुन द्रौपदी लाज रखी हर प्रभ जी, छीनत बस्त्र दीन बहु साज। इस तो वड्डी मिसाल किहड़ी हो सकती है कि नाम जपण नाल की हुंदा है? कहंदे फिर उस तो अगली उदाहरण ध्रुव वर्गे, प्रहलाद वर्गे किन्ने ने? अजामल पापी निमख माए निसारा, कहंदे ने निमख दे विच निस्तारा हो गया। अजामल प्रीत पुत्र प्रत कीनी, कर नारायण बुलारे। उहदा पुत्र दा नाम सी नारायण। तो जदों उहनूं आवाज़ मारदा सी ते पुत्र भज आउंदा सी। ते एक दिन सोझी आ गई भी बच्चे दा नाम नारायण है, मैनूं आवाज़ मारदा है, मैनूं किन्ना मोह करदा है, किन्ना प्यार करदा है। ते जिहड़ा नारायण अकाल पुरख परमात्मा जी, उहनूं मैं चेते कीता हुंदा ते मेरे नाल किन्ना प्यार करना सी उहने।
ਮੇਰੇ ਨਾਲ ਕਿੰਨਾ ਉਹਨੇ ਪ੍ਰੀਤ ਕਰਨੀ ਸੀ। ਇਸ ਕਰਕੇ ਜੇ ਉਹ ਅਕਾਲ ਪੁਰਖ ਪਰਮਾਤਮਾ ਸਾਡੇ ਜਪਣ ਵਾਲੇ ਦੇ, ਜੇ ਨਾਮਦੇਵ ਜੀ ਦੇ ਮੰਗਰ ਲੱਗ ਕੇ ਉਹ ਮੰਦਿਰ ਨੂੰ ਘੁਮਾ ਸਕਦੇ ਨੇ, ਜੇ ਆਪਾਂ ਆਖੀਏ ਵੀ ਇੱਦਾਂ ਹੋਇਆ ਹੀ ਨਹੀਂ ਹੈ। ਪਰ ਜਿਹੜੀਆਂ ਉਹ ਮੰਦਿਰ ਦੀ ਇਮਾਰਤ ਹੈ, ਉਹ ਜਿੱਥੇ ਨਾਮਦੇਵ ਜੀ ਦਾ ਮੰਦਿਰ ਹੈ, ਉੱਥੇ ਉਹ ਇਮਾਰਤ ਘੁੰਮੀ ਹੋਈ ਹੈ। ਕਿੰਨੇ ਕੁ ਵਾਰ ਅਸੀਂ ਆਖਾਂਗੇ ਵੀ ਇੱਦਾਂ ਨਹੀਂ ਹੋ ਸਕਦਾ, ਇੱਦਾਂ ਨਹੀਂ ਹੋ ਸਕਦਾ। ਭਗਤ ਵਾਸਤੇ ਰੱਬ ਨੇ ਮੰਦਿਰ ਘੁਮਾ ਦਿੱਤਾ, ਤੇ ਉਹ ਜਿਹੜੀ ਇਮਾਰਤ ਹੈ ਉਹ ਅੱਜ ਵੀ ਦੱਸਦੀ ਵੀ ਹਾਂਜੀ ਮੰਦਿਰ ਘੁੰਮਿਆ ਹੈ। ਕਿਹੜੀ ਕਿਹੜੀ ਚੀਜ਼ ਨੂੰ ਛੁਪਾਉਣ ਦਾ ਯਤਨ ਕਰਾਂਗੇ? ਅਸੀਂ ਛੁਪਾਉਣ ਦਾ ਯਤਨ ਉਦੋਂ ਹੀ ਕਰਦੇ ਹਾਂ ਜਦੋਂ ਸਾਡੀ ਪਹੁੰਚ ਉੱਥੋਂ ਤੱਕ ਨਹੀਂ ਹੁੰਦੀ। ਜਦੋਂ ਸਾਡੀ ਪਹੁੰਚ ਉੱਥੋਂ ਤੱਕ ਨਹੀਂ ਹੁੰਦੀ, ਅਸੀਂ ਹਾਰ ਜਾਂਦੇ ਹਾਂ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ, ਗਿੱਦੜ ਦਾਖਣ ਆਪਣੇ ਆਖੇ ਤੂੰ ਕੌੜੀ। ਗਿੱਦੜ ਆਪ ਤਾਂ ਦਾਖਾ ਤੱਕ ਪਹੁੰਚ ਨਹੀਂ ਰਿਹਾ, ਕਹਿੰਦਾ ਵੀ ਤੂੰ ਕੌੜੀ। ਕਹਿੰਦੇ ਇਹ ਅੰਗੂਰ ਮੇਰੇ ਲਈ ਖੱਟੇ ਹਨ। ਤੇ ਇਵੇਂ ਕਹਿੰਦੇ ਨੱਚਣ ਚੱਜ ਨਾ ਜਾਣੇ ਆਖੇ ਭੋਈ ਸੋੜੀ। ਕਿਸੇ ਨੂੰ ਆਖੀਏ ਵੀ ਨੱਚਣਾ ਗੁਰਮਤਿ ਚ ਮਨਾ, ਜੇ ਕਿਸੇ ਨੂੰ ਆਖੀਏ ਤੈਨੂੰ ਨੱਚਣਾ, ਉਹ ਕਹਿੰਦਾ ਤੁਹਾਡੀ ਘਰ ਦੀ ਜ਼ਮੀਨ ਉੱਚੀ ਨੀਵੀਂ, ਮੈਂ ਤਾਂ ਕਰਕੇ ਨੱਚਦਾ ਨਹੀਂ ਆ, ਮੇਰਾ ਕਸੂਰ ਨਹੀਂ ਹੈ। ਇਵੇਂ ਕਰਕੇ ਸਾਡਾ ਕਸੂਰ ਅਸੀਂ ਆਪਣੇ ਆਪ ਨੂੰ ਨਹੀਂ ਜਾਣਦੇ ਵੀ ਸਾਡੇ ਕੋਲ ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਹੁੰਦੀ, ਸਾਡੇ ਕੋਲੋਂ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ, ਸਾਡੇ ਕੋਲ ਗੁਰਬਾਣੀ ਨਹੀਂ ਹੈਗੀ। ਅਸੀਂ ਕਹਿੰਦੇ ਨੇ ਰੱਬ ਹੈਗਾ ਨਹੀਂ ਹੈ, ਰੱਬ ਮੌਜੂਦ ਨਹੀਂ ਹੈ, ਪਰਮਾਤਮਾ ਨਹੀਂ ਹੈਗਾ। ਜੇ ਹੁੰਦਾ ਤਾਂ ਮੇਰੀ ਦੁੱਖ ਨੂੰ, ਮੇਰੀ ਪੀੜਾ ਨੂੰ ਜਾਣ ਲੈਂਦਾ, ਮੇਰੇ ਕੋਲ ਪਹੁੰਚਦਾ, ਮੇਰੇ ਦੁੱਖ ਨੂੰ ਜਾਣਦਾ। ਪਰ ਇਹ ਗੁਰਬਾਣੀ ਨੇ ਸਪਸ਼ਟ ਕੀਤਾ, ਕਹਿੰਦੇ ਵੀ ਇਹ ਜਿਹੜੇ ਦੁੱਖ ਤੇ ਸੁੱਖ ਨੇ ਇਹ ਤੇਰੇ ਹੀ ਸਹੇੜੇ ਹੋਏ ਨੇ। ਦੱਦਾ ਦੋਸ਼ ਨਾ ਦੇਵ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣਾ। ਜੋ ਮੈਂ ਕੀਤਾ ਉਹਦਾ ਫਲ ਮੈਨੂੰ ਪ੍ਰਾਪਤ ਹੋਇਆ, ਮੈਂ ਕਿਸੇ ਦੂਜੇ ਨੂੰ ਦੋਸ਼ ਨਹੀਂ ਦੇ ਸਕਦਾ। ਦੋਸ਼ ਨਾ ਦੀਜੇ ਅਵਰ ਜਨਾ। ਤੇ ਕਹਿੰਦੇ ਅਚਰਜ ਰੂਪ ਸੰਤਨ ਰਚੇ ਨਾਨਕ ਨਾਮੇ ਰੰਗ। ਨਾਮ ਦੇ ਰੰਗ ਦੇ ਵਿੱਚ ਰੱਖ ਕੇ ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਿਆ, ਬੰਦਗੀ ਕੀਤੀ ਹੈ। ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ, ਘਰ ਮੰਦਿਰ ਖੁਸ਼ੀਆਂ ਤਹੀਂ। ਉਸ ਘਰ ਦੇ ਵਿੱਚ, ਮੰਦਿਰ ਦੇ ਵਿੱਚ ਖੁਸ਼ੀਆਂ ਨੇ, ਜਹ ਤੂੰ ਆਵੇਂ ਚਿੱਤ। ਜਿੱਥੇ ਘਰ ਦੇ ਵਿੱਚ ਤੂੰ ਚਿੱਤ ਆਇਆ ਜਾਂਦਾ ਹੈ। ਤੇ ਗੁਰਬਾਣੀ ਦੇ ਵਿੱਚ ਸ਼ਬਦ ਹੈ, ਕਹਿੰਦੇ ਨੇ ਭਲੀ ਸੁਹਾਵੀ ਛਾਪਰੀ ਜਾਮੈ ਗੁਣ ਗਾਏ। ਕਿਤ ਹੀ ਕਾਮ ਨ ਤੌਲ ਹਰ ਜਿਤ ਹਰ ਬਿਸਰਾਏ। ਉਹ ਛਪਰੀ ਵੀ ਚੰਗੀ ਹੈ, ਸ਼ੋਭਾਵਾਨ ਹੈ, ਜਿਹਦੇ ਵਿੱਚ ਪਰਮਾਤਮਾ ਜੀ ਦੇ ਗੁਣ ਗਾਏ ਜਾਂਦੇ ਨੇ, ਬੰਦਗੀ ਕੀਤੀ ਜਾਂਦੀ ਹੈ। ਕਿਤ ਹੀ ਕਾਮ ਨ ਤੌਲ ਹਰ। ਚਿੱਟੇ ਮਹਿਲ ਕਿਸੇ ਵੀ ਕੰਮ ਨਹੀਂ ਹੈ ਜਿਤ ਹਰ ਬਿਸਰਾਏ, ਜਿਹਦੇ ਵਿੱਚ ਬੈਠ ਕੇ ਰੱਬ ਹੀ ਭੁੱਲ ਜਾਂਦਾ ਹੋਵੇ, ਪਰਮਾਤਮਾ ਹੀ ਭੁੱਲ ਜਾਂਦਾ ਹੋਵੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਰੱਬ ਜੀ ਮੋਤੀਆਂ ਦੇ ਮਹਿਲ ਉਸਰ ਜਾਣ, ਰਤਨ ਉਹਨਾਂ ਦੇ ਘਰਾਂ ਦੇ ਵਿੱਚ ਜੜਾਏ ਜਾਣ, ਉਹਦਾ ਖੁਸ਼ਬੂਆਂ ਨਾਲ ਘਰ ਭਰਿਆ ਹੋਵੇ, ਪਰ ਰੱਬ ਜੀ ਮੈਂ ਤੈਨੂੰ ਨਾ ਭੁੱਲ ਜਾਵਾਂ। ਮੋਤੀ ਤਾਂ ਮੰਦਰ ਉਸਰੇ, ਰਤਨੀ ਤਾਂ ਹੋਏ ਜੜਾਓ। ਕਸਤੂਰ ਕੁੰਗੂ ਅਗਰ ਚੰਨ ਲੀ ਪਾਵੇ ਚਾਓ। ਕਸਤੂਰੀ ਦਾ ਲੇਪਣ ਕੀਤਾ ਹੋਵੇ, ਕੇਸਰ ਕੀਤਾ ਹੋਵੇ, ਚੰਦਨ ਦੇ ਲੇਪਣ, ਦਰਵਾਜ਼ੇ ਲੱਗੇ ਹੋਣ, ਸਭ ਕੁਝ ਬਹੁਤ ਵਧੀਆ ਹੋਵੇ ਘਰ। ਮਤ ਦੇਖ ਭੁੱਲਾਂ ਵਿਸਰੇ ਮਤਾਂ, ਕਿ ਇਹਨਾਂ ਸਾਰੀਆਂ ਵਸਤੂਆਂ ਨੂੰ ਦੇਖ ਕੇ ਮੈਂ ਤੇਰੇ ਨਾਮ ਨੂੰ ਭੁੱਲ ਜਾਵਾਂ। ਤੇ ਭੁੱਲਣ ਨਾਲ ਹੁੰਦਾ ਕੀ ਹੈ? ਪਰਮਾਤਮਾ ਨੂੰ ਭੁਲਾਉਣ ਨਾਲ ਕੀ ਹੁੰਦਾ ਹੈ? ਹਰ ਬਿਨ ਜੀਓ ਜਲ ਬਲ ਜਾਓ। ਪਰਮਾਤਮਾ ਨੂੰ ਭੁਲਾਉਣ ਦੇ ਨਾਲ ਜਿੰਦ ਸੜਦੀ ਬਲਦੀ ਰਹਿੰਦੀ ਹੈ। ਬੰਦੇ ਨੂੰ ਸਬਰ ਨਹੀਂ ਹੈ, ਠੰਡ ਨਹੀਂ ਪੈਂਦੀ, ਸੰਤੋਖ ਨਹੀਂ ਆਉਂਦਾ। ਹਰ ਬਿਨ ਜੀਓ ਜਲ ਬਲ ਜਾਓ। ਮੈਂ ਆਪਣਾ ਗੁਰ ਪੁੱਛ ਦੇਖਿਆ ਅਵਰ ਨਾਹੀਂ ਥਾਉ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਵੀ ਹੋਰ ਕੋਈ ਥਾਂ ਹੈਗਾ ਹੈ ਵੀ ਜਿਹੜਾ ਮੇਰੇ ਸੀਨੇ ਨੂੰ ਠੰਡ ਦੇ ਸਕੇ। ਉਹ ਕਹਿੰਦੇ ਨਹੀਂ, ਹੋਰ ਕੋਈ ਜਗ੍ਹਾ ਨਹੀਂ। ਚੰਦਨ ਚੰਦ ਨਾ ਸਰਦ ਰੁੱਤ। ਨਾ ਚੰਦਨ ਤੈਨੂੰ ਠੰਡ ਦੇ ਸਕਦਾ ਹੈ, ਨਾ ਚੰਦਰਮਾ ਤੈਨੂੰ ਠੰਡ ਦੇ ਸਕਦਾ ਹੈ, ਤੇ ਨਾ ਸਰਦੀ ਦੀ ਰੁੱਤ ਤੈਨੂੰ ਠੰਡ ਦੇ ਸਕਦੀ ਹੈ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਹੀ ਕਾਮ। ਕਾਮ ਕਹਿੰਦੇ ਨੇ ਤਪਸ਼ ਨੂੰ। ਸ਼ੀਤਲ ਥੀਵੇ ਨਾਨਕਾ ਜਪੰਦੜੋ ਹਰ ਨਾਮ। ਰੱਬ ਜੀ ਦੇ ਨਾਮ ਨੂੰ ਜਪ ਕੇ ਤੂੰ ਸ਼ੀਤਲ ਹੋ ਸਕਦਾ ਹੈ। ਜੇ ਅਸੀਂ ਕਹੀਏ ਵੀ ਇਹ ਸ਼ੀਤਲਤਾ ਕਿਸੇ ਗੁਰੂ ਸਾਹਿਬਾਨ ਦੇ ਵਿੱਚ ਹੋਈ ਹੈ, ਸਭ ਤੋਂ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਤੇ ਮਾਛੀਵਾੜੇ ਦੇ ਜੰਗਲ ਦੇ ਵਿੱਚ ਬੈਠ ਕੇ ਉਹ ਰੱਬ ਨੂੰ ਉਲਾਂਭਾ ਦੇ ਰਹੇ ਨੇ। ਉਹ ਕਹਿੰਦੇ ਨੇ, ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓੜਨ। ਜੇ ਤੂੰ ਨਹੀਂ ਹੈਗਾ ਤੇ ਕਹਿੰਦੇ ਨੇ ਇਹ ਘਰ ਦੇ ਸੁੱਖ ਸਹੂਲਤਾਂ ਵੀ ਨਾਗ ਨਿਵਾਸਾਂ ਦੇ ਰਹਿਣਾ। ਇਉਂ ਲੱਗਦਾ ਵੀ ਜਿਵੇਂ ਜ਼ਹਿਰੀਲੇ ਨਾਗ ਡਸ ਰਹੇ ਹੋਣ। ਜੇ ਤੂੰ ਹੈਗਾ ਸਾਡੇ ਕੋਲ, ਰੱਬ ਜੀ ਜੇ ਤੂੰ ਸਾਡੇ ਕੋਲ ਹੈ ਤੇ ਸਾਨੂੰ ਦੁੱਖ ਵੀ ਸੁੱਖਾਂ ਵਰਗੇ ਮਹਿਸੂਸ ਹੁੰਦੇ ਨੇ।
ਤੇ ਜੇ ਤੂੰ ਸਾਡੇ ਹਿਰਦੇ ਦੇ ਵਿੱਚ ਨੀਗਾ ਤੇ ਸੁੱਖ ਵੀ ਸਾਨੂੰ ਨਾਗਾਂ ਵਾਂਗੂ ਐਂ ਡਸਦੇ ਪਏ ਨੇ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜ਼ਾਈਆਂ ਦਾ ਉੜਨ, ਨਾਗ ਨਿਵਾਸਾਂ ਦੇ ਰਹਿਣਾ। ਇੱਦਾਂ ਹੋ ਸਕਦਾ ਵੀ ਸਾਰਾ ਪਰਿਵਾਰ ਖਤਮ ਕਰਾ ਲਿਆ ਹੋਵੇ, ਕੋਈ ਕਿਸੇ ਦੀ ਸੁੱਧ ਨਹੀਂ ਹੈ, ਨਾ ਛੋਟੇ ਬੱਚਿਆਂ ਦਾ ਪਤਾ, ਨਾ ਮਾਤਾਵਾਂ ਦਾ ਪਤਾ, ਨਾ ਪਤਨੀਆਂ ਦਾ ਪਤਾ, ਇੱਥੋਂ ਤੱਕ ਮਾਤਾ ਦਾ ਵੀ ਪਤਾ ਨਹੀਂ ਹੈ। ਤੇ 2 ਪੁੱਤਰ ਸਾਹਮਣੇ ਸ਼ਹੀਦ ਹੋ ਚੁੱਕੇ ਨੇ, ਤੇ ਫਿਰ ਵੀ ਅਸੀਂ ਰੱਬ ਦੀਆਂ ਇਬਾਦਤਾਂ ਕਰੀ ਜਾਈਏ, ਰੱਬ ਦੇ ਗੁਣ ਗਾਈ ਜਾਈਏ। ਐਡੀ ਅਵਸਥਾ ਕੇਵਲ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹੈ। ਤੇ ਜੇ ਉਹਨਾਂ ਨੇ ਇੰਨੀ ਅਵਸਥਾ ਬਣਾਈ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ, ਵਾਹਿਗੁਰੂ ਦਾ ਨਾਮ ਜਪਿਆ, ਧਿਆਨ ਧਰਿਆ, ਚੇਤੇ ਦੇ ਵਿੱਚ ਰੱਖਿਆ ਪਰਮਾਤਮਾ ਜੀ ਨੂੰ, ਇਵੇਂ ਕਰਕੇ ਗੁਰਬਾਣੀ ਸਾਨੂੰ ਬਾਰ-ਬਾਰ ਸਮਝਾਉਂਦੀ। ਅਸੀਂ ਖੁਸ਼ੀਆਂ ਲੱਭਦੇ ਹਾਂ ਬਾਹਰੀ ਤੌਰ ਤੇ, ਅਸੀਂ ਪਹਾੜਾਂ ਨੂੰ ਖੋਜਦੇ ਹਾਂ, ਰੁੱਖਾਂ ਨੂੰ ਖੋਜਦੇ ਹਾਂ, ਤੇ ਸਾਨੂੰ ਇਉਂ ਲੱਗਦਾ ਵੀ ਇਹਦੇ ਵਿੱਚੋਂ ਸਾਨੂੰ ਸਾਰੀਆਂ ਖੁਸ਼ੀਆਂ ਮਿਲਣੀਆਂ। ਪਰ ਇੱਕ ਗੱਲ ਅਸੀਂ ਸਾਰੇ ਜਾਣਦੇ ਹਾਂ ਵੀ ਕੋਈ ਵੀ ਕਿੰਨਾ ਵੀ ਮਹਿੰਗਾ ਕੋਈ ਸੋਨਾ ਪਾ ਲਵੇ, ਅਸੀਂ ਖੁਸ਼ੀ 4 ਦਿਨ ਦੀ ਖੁਸ਼ੀ ਹੁੰਦੀ ਉਹਦੇ ਵਿੱਚੋਂ, ਜਿੰਨਾ ਮਰਜ਼ੀ ਸੋਨਾ ਪਾ ਲਓ ਨਾ, ਉਹਦੇ ਵਿੱਚੋਂ ਸਾਨੂੰ 4 ਦਿਨ ਦੀ ਖੁਸ਼ੀ ਮਿਲਦੀ, ਫਿਰ ਸਾਡਾ ਮਨ ਅੱਕ ਜਾਂਦਾ। ਫਿਰ ਅਸੀਂ ਹੋਰ ਕਰਦੇ ਹਾਂ, ਅਸੀਂ ਕਹਿੰਦੇ ਵੀ ਹੁਣ ਕੋਈ ਨਵੇਂ ਤਰੀਕੇ ਦਾ ਡਿਜ਼ਾਈਨ ਸਾਡੇ ਕੋਲ ਆਉਣਾ ਚਾਹੀਦਾ ਹੈ। ਸਾਡਾ ਘਰ ਜਿਹੜਾ ਨਾ, ਅਸੀਂ ਘਰ ਨਵਾਂ ਬਣਾਉਣੇ ਆ, ਤੇ ਘਰ ਨਵਾਂ ਬਣਾਉਣ ਤੋਂ ਬਾਅਦ ਅਸੀਂ ਫਿਰ ਉਹਨੂੰ ਉਹਦੇ ਵਿੱਚ ਹੋਰ ਕਹਿੰਦੇ ਵੀ ਇਹਦੇ ਤੋਂ ਥੋੜਾ ਵੱਖਰਾ ਹੋਣਾ ਚਾਹੀਦਾ ਹੈ, ਸਾਡਾ ਮਨ ਅੱਕ ਜਾਂਦਾ। ਇਵੇਂ ਕਰਕੇ ਸਾਡਾ ਮਾਨਸ ਜਿਹੜਾ ਨਾ, ਉਹ ਪਰਮਾਤਮਾ ਦਾ ਨਾਮ ਜਪਦੇ ਰਹੇ, ਨੂੰ ਕੁਝ ਲਾਭ ਨਾ ਮਿਲਿਆ, ਸਾਡਾ ਮਨ ਅੱਕ ਗਿਆ। ਤੇ ਮਨ ਅੱਕਣ ਦੇ ਨਾਲ ਕੀ ਹੋਇਆ, ਅਸੀਂ ਗੁਰਬਾਣੀ ਤੋਂ ਕੋਹਾਂ ਦੂਰ ਹੋ ਗਏ। ਗੁਰਬਾਣੀ ਤੋਂ ਜਿੰਨਾ ਦੂਰ ਹੋ ਗਏ, ਉਵੇਂ ਕਰਕੇ ਅਸੀਂ ਆਪਣੇ ਆਪ ਤੋਂ ਦੂਰ ਹੋਏ। ਤੇ ਦੁਖੀ ਹੋਣ ਦਾ ਕਾਰਨ ਹੀ ਇਹ ਹੈ ਕਿ ਗੁਰਬਾਣੀ ਨੇ ਕਿਹਾ ਸੀਗਾ ਵੀ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਹੈ ਤੇ ਰਜ਼ਾ ਦੇ ਵਿੱਚ ਚੱਲਣਾ ਹੈ। ਤੇ ਰਜ਼ਾ ਦੇ ਵਿੱਚ ਕੌਣ ਚੱਲਦਾ ਅੱਜ ਕੱਲ? ਕਿੰਨਾ ਕੁ ਸਬਰ ਕਰ ਲਓਗੇ, ਕਿੰਨਾ ਕੁ ਸੰਤੋਖ ਕਰ ਲਵੋਗੇ, ਕਿੰਨਾ ਚਿਰ ਆਖੀ ਜਾਓਗੇ? ਕਿਉਂਕਿ ਅਸੀਂ ਇਹਨਾਂ ਅੱਖਾਂ ਨਾਲ ਵੇਖਣਾ ਚਾਹੁੰਦੇ ਹਾਂ, ਪਰ ਗੁਰਬਾਣੀ ਕਹਿੰਦੀ ਹੈ ਹੁਕਮ ਨਾ ਕਹਿਆ ਜਾਈ। ਜੋ ਪਰਮਾਤਮਾ ਨੇ ਸੰਸਾਰ ਨੂੰ ਸਾਜਿਆ ਬਣਾਇਆ, ਇਸ ਹੁਕਮ ਨੂੰ ਕੋਈ ਦੱਸ ਨਹੀਂ ਸਕਦਾ। ਅੱਛਾ, ਜੇ ਦੱਸ ਹੀ ਦਿੱਤਾ, ਜੇ ਸਾਨੂੰ ਪਤਾ ਹੀ ਲੱਗ ਜਾਵੇ ਵੀ ਕੀ ਕਿਵੇਂ ਸੰਸਾਰ ਦੇ ਵਿੱਚ, ਫਿਰ ਸੰਸਾਰ ਦੇ ਵਿੱਚ ਹਾਲਤ ਕਿਵੇਂ ਦੀ ਹੋਵੇਗੀ? ਬੜੀ ਗੰਭੀਰ ਹਾਲਤ ਹੋਏਗੀ। ਇਸ ਕਰਕੇ ਅਕਾਲ ਪੁਰਖ ਪਰਮਾਤਮਾ ਨੇ ਜੋ ਸੰਸਾਰ ਸਾਜਿਆ ਨਾ, ਬੜੀਆਂ ਵਡਿਆਈਆਂ ਨੇ ਇਹਦੇ ਵਿੱਚ। ਹਰ ਬੰਦਾ ਅਲੱਗ ਹੈ, ਹਰ ਬੰਦੇ ਦੇ ਹੱਥਾਂ ਦੀਆਂ ਲਕੀਰਾਂ ਅਲੱਗ ਨੇ, ਹਰ ਬੰਦੇ ਦੀਆਂ ਅੱਖਾਂ ਦੇ ਜਿਹੜੇ ਕੰਮ ਨੇ ਉਹ ਅਲੱਗ ਨੇ। ਸਾਡੇ ਸਰੀਰ ਦਾ ਢਾਂਚਾ ਇਵੇਂ ਦਾ ਬਣਾ ਦਿੱਤਾ ਕਿ ਬੰਦਾ ਬੰਦੇ ਨਾਲ ਮੈਚ ਨਹੀਂ ਕਰਦਾ। ਜੇ ਅਸੀਂ ਕਹੀਏ ਵੀ ਸ਼ਕਲਾਂ ਤਾਂ ਮੈਚ ਕਰਦੀਆਂ ਨੇ, ਸ਼ਕਲ ਤੋਂ ਹੋ ਸਕਦਾ ਹੈ, ਪਰ ਜਿਹੜਾ ਸਾਡਾ ਦਿਮਾਗ ਹੈ, ਅੰਦਰੂਨੀ ਤਾਕਤ ਹੈ, ਉਹਦੇ ਨਾਲ ਕਦੀ ਵੀ ਬੰਦਾ ਮੈਚ ਨਹੀਂ ਕਰ ਸਕਦਾ। ਜਿੱਦਾਂ ਮਰਜ਼ੀ ਭਾਵੇਂ ਜੋ ਮਰਜ਼ੀ ਕਰ ਲਈਏ, ਰੱਬ ਜਿਹੜਾ ਹੈ ਉਹ ਜੋ ਕਰਦਾ ਹੈ ਉਹ ਬੜੀ ਚੰਗੀ ਸੂਝਵਾਨਤਾ ਦੇ ਨਾਲ ਕਰਦਾ ਹੈ। ਅਸਲ ਦੇ ਵਿੱਚ ਸਾਰਾ ਕੁਝ ਆ ਕਿੱਥੋਂ ਰਿਹਾ ਹੈ? ਇੱਕ ਸੰਸਾਰ ਦੇ ਵਿੱਚ ਆ ਰਿਹਾ, ਇੱਕ ਸੰਸਾਰ ਤੋਂ ਜਾ ਰਿਹਾ ਹੈ। ਕਿੱਡੀ ਖੇਡ ਰਚੀ ਹੈ ਪਰਮਾਤਮਾ ਨੇ। ਪਰ ਸਾਨੂੰ ਇਉਂ ਲੱਗਦਾ ਵੀ ਨਹੀਂ, ਪਰਮਾਤਮਾ ਨਾਮ ਦੀ ਛੈ ਜੇ ਹੁੰਦੀ ਤਾਂ ਸਾਡੇ ਦੁੱਖ ਨੂੰ ਜ਼ਰੂਰ ਸੁਣਦਾ, ਸਾਡੇ ਕੋਲ ਜ਼ਰੂਰ ਪਹੁੰਚਦਾ, ਸਾਡੇ ਕੋਲ ਜ਼ਰੂਰ ਆਉਂਦਾ। ਪਰ ਗੁਰਬਾਣੀ ਕਹਿੰਦੀ ਵੀ ਤੂੰ ਚੇਤੇ ਹੀ ਨਹੀਂ ਕੀਤਾ ਉਹਨੂੰ। ਜੇ ਦ੍ਰੋਪਦੀ ਦੇ ਵਲੀ ਆ ਸਕਦਾ ਹੈ ਤੇ ਆਏਗਾ ਤੇਰੇ ਵਲੀ ਵੀ, ਪਰ ਤੂੰ ਉਹਨੂੰ ਯਾਦ ਨਹੀਂ ਕਰਦਾ। ਜੇ ਅਜਾਮਲ ਉਧਰ ਸਕਦਾ ਹੈ, ਗਨਕਾ ਪਾਪਣ ਜਿਹੜੀ ਹੈ ਉਹ ਉਧਰ ਸਕਦੀ ਹੈ। ਇਵੇਂ ਕਰਕੇ ਜੇ ਤੂੰ ਪਰਮਾਤਮਾ ਦਾ ਨਾਮ ਜਪੇਂਗਾ, ਤੂੰ ਕਿਉਂ ਨਹੀਂ ਉਧਰ ਸਕਦਾ? ਹੱਦ ਹੋ ਗਈ। ਇੱਕ ਤੋਤੇ ਤੋਂ ਉਹਨੂੰ ਲਿਵ ਜੁੜੀ, ਸਾਧੂ ਨੇ ਤੋਤਾ ਦਿੱਤਾ ਤੇ ਉਹ ਗਣਕਾ ਜਿਹੜੀ ਸੀਗੀ ਤੇ ਉਹਦੀ ਲਿਵ ਜੁੜ ਗਈ। ਉਹ ਰਾਮ ਰਾਮ ਜਦੋਂ ਜਪਾਉਣ ਲੱਗੀ, ਉਹ ਮਨ ਚ ਆਇਆ ਵੀ ਇਹ ਤੋਤਾ ਇੱਕ ਜਾਨਵਰ ਹੈ, ਇਹ ਰਾਮ ਰਾਮ ਜਪਦਾ ਪਿਆ ਹੈ, ਇੱਕ ਜਾਨਵਰ ਰਾਮ ਰਾਮ ਜਪੀ ਜਾ ਰਿਹਾ ਹੈ, ਤੇ ਮੈਂ ਵੀ ਜਪ ਕੇ ਵੇਖਾਂ। ਤੇ ਕਹਿੰਦੇ ਉਹ ਰਾਮ ਦਾ ਨਾਮ ਇੰਨੇ ਧਿਆਨ ਨਾਲ ਜਪਿਆ, ਅਕਾਲ ਪੁਰਖ ਪਰਮਾਤਮਾ ਨੂੰ ਧਿਆਨ ਦੇ ਵਿੱਚ ਟਿਕਾਇਆ, ਤੇ ਉਹਦਾ ਨਾਮ ਗੁਰਬਾਣੀ ਦੇ ਵਿੱਚ ਦਰਜ ਹੈ। ਪਾਪੀਆਂ ਚ ਨਾਮ ਆਉਂਦਾ ਸੀ, ਉਧਰ ਤੋਂ ਭਾਵ ਹੁੰਦਾ ਕਿ ਉਹ ਪਾਪੀ ਵੀ ਉਧਰ ਗਏ, ਹੁਣ ਤਰ ਗਏ ਨੇ, ਉਹ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਭਲਾ ਹੋ ਗਿਆ। ਤੇ ਇਵੇਂ ਉਦਾਹਰਨ ਹੈ, ਕਹਿੰਦੇ ਨੇ ਕੋਈ ਮਨੁੱਖ ਸੀਗਾ, ਜਿਵੇਂ ਕਹਿ ਲਓ ਕਿਸੇ ਮਨੁੱਖ ਨੇ ਆਖਿਆ ਵੀ ਮੈਨੂੰ, ਬੇਟੀ ਨੇ ਆਖਿਆ ਮੇਰਾ ਜਿਹੜਾ ਪਤੀ ਹੋਣਾ ਚਾਹੀਦਾ ਵਿਸ਼ਨੂੰ ਹੋਵੇ,
ਤੇ ਕਹਿੰਦੇ ਕੋਈ ਮਨੁੱਖ ਭੇਖ ਧਾਰਨ ਕਰਕੇ ਆ ਗਿਆ, ਇਦਾਂ ਦਾ ਭੇਖ ਧਾਰਨ ਕਰਕੇ ਆ ਗਿਆ ਵਿਸ਼ਨੂੰ ਵਰਗਾ। ਗੁਰਬਾਣੀ ਦਾ ਸ਼ਬਦ ਹੈ, ਵਿਸ਼ਨੂੰ ਦਾ ਭੇਖ ਧਾਰਨ ਕਰਕੇ ਆ ਗਿਆ। ਤੇ ਉਹ ਜਿਹੜਾ ਉਹਦਾ ਸਹੁਰਾ ਸੀਗਾ, ਵਿਆਹ ਹੋ ਗਿਆ, ਸਹੁਰੇ ਤੇ ਉੱਤੇ ਹਮਲਾ ਹੋਇਆ। ਤੇ ਉਹ ਜਿਹੜੇ ਲੋਕ ਨੇ ਉਹ ਕਹਿੰਦੇ ਇਹਨੂੰ ਡਰਨ ਦੀ ਕੀ ਲੋੜ ਹੈ, ਇਹਦਾ ਤਾਂ ਜਿਹੜਾ ਜਵਾਈ ਉਹ ਤਾਂ ਵਿਸ਼ਨੂੰ ਹੈ, ਸਾਰੀ ਸ੍ਰਿਸ਼ਟੀ ਦਾ ਕਰਨਹਾਰ ਸਾਜਨਹਾਰ, ਇਹਨੂੰ ਡਰਨ ਦੀ ਕੋਈ ਲੋੜ ਨਹੀਂ। ਕਿਉਂਕਿ ਉਹ ਜਿਹੜਾ ਬੰਦਾ ਵਿਆਹ ਕਰਾਉਣ ਵਾਸਤੇ ਆਇਆ ਉਸਨੇ ਤਾਂ ਭੇਖ ਧਾਰਿਆ ਸੀਗਾ। ਹੁਣ ਉਹ ਕਿਤੇ ਉਹਲੇ ਜਾ ਕੇ ਗੁੱਠ ਦੇ ਵਿੱਚ ਬਹਿ ਕੇ ਤੇ ਕਹਿੰਦਾ ਰੱਬ ਨੂੰ, ਕਹਿੰਦਾ ਰੱਬ ਮੁਸੀਬਤ ਪੈ ਗਈ ਹੈ, ਹੁਣ ਤੂੰ ਮੇਰੀ ਰੱਖਿਆ ਕਰ ਸਕਦਾ ਹੈ। ਉਹਨੇ ਧਿਆਨ ਧਰਿਆ। ਇੱਕ ਨਿਰਪ ਕੰਨਿਆ ਕੇ ਕਾਰਨੇ ਇੱਕ ਭਇਆ ਭੇਖ ਧਾਰੀ, ਗੁਰਬਾਣੀ ਦਾ ਸ਼ਬਦ ਹੈ। ਇੱਕ ਕੰਨਿਆ ਨੇ ਆਖਿਆ ਕਿ ਮੇਰਾ ਪਤੀ ਵਿਸ਼ਨੂੰ ਹੋਣਾ ਚਾਹੀਦਾ ਹੈ, ਕਿਸੇ ਨੇ ਭੇਖ ਬਣਾ ਕੇ ਉਹਦੇ ਨਾਲ ਵਿਆਹ ਕਰਾਇਆ। ਕਿ ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਮਾਰਥੀ ਸਵਾਰਥੀ, ਆਪਣੇ ਸਵਾਰਥ ਵਾਸਤੇ ਉਸ ਬੰਦੇ ਨੇ ਭੇਖ ਧਾਰਿਆ। ਤੇ ਕਹਿੰਦੇ ਨੇ ਹੁਣ ਉਹਦੇ ਤੇ ਜਦੋਂ ਮੁਸੀਬਤ ਪਈ, ਵਾਕੀ ਪੈਜ ਸਵਾਰੀ, ਉਹਨੇ ਰੱਬ ਨੂੰ ਚੇਤੇ ਕੀਤਾ ਤੇ ਉਹਦੀ ਇੱਜ਼ਤ ਰੱਬ ਜੀਆਂ ਨੇ ਰੱਖੀ, ਪ੍ਰਮਾਤਮਾ ਨੇ ਉਹਦੀ ਪੈਜ ਰੱਖੀ, ਬਾਕੀ ਪੈਜ ਸਵਾਰੀ, ਉਸ ਦੀ ਪੈਜ ਰੱਖੀ, ਬੰਦਗੀ ਕੀਤੀ ਨਾ, ਧਿਆਨ ਧਰਿਆ। ਫਿਰ ਉਹ ਦੁਬਦਾ ਦੇ ਵਿੱਚ ਨਹੀਂ ਪਿਆ ਸੀ, ਅਸੀਂ ਦੁਬਦਾ ਦੇ ਵਿੱਚ ਪਏ ਹੋਏ ਹਾਂ। ਅਸੀਂ ਕਹਿੰਦੇ ਵੀ ਜੇ ਰੱਬ ਸਾਰਾ ਕੁਝ ਕਰਦਾ ਹੈ ਤੇ ਫਿਰ ਰੱਬ ਸਾਡੇ ਕੋਲ ਆਉਂਦਾ ਕਿਉਂ ਨਹੀਂ, ਆਹ ਕਿਉਂ ਕੰਮ ਵਿਗੜਦੇ ਨੇ, ਇਵੇਂ ਕਿਉਂ ਹੋਇਆ। ਪਰ ਰੱਬ ਜੀਆਂ ਨੇ ਇੱਕ ਗੱਲ ਸਾਨੂੰ ਵੀ ਤਾਂ ਦਿੱਤੀ ਹੈ, ਅਕਲੀ ਸਾਹਿਬ ਸੇਵੀਏ ਅਕਲੀ ਕੀਜੇ ਦਾਨ। ਰੱਬ ਨੂੰ ਵੀ ਥੋੜਾ ਸੁਚੇਤ ਹੋ ਕੇ ਜਪਣਾ ਤੇ ਰੱਬ ਨੇ ਤੈਨੂੰ ਵੀ ਇੱਕ ਦਿਮਾਗੀ ਪੁਰਜਾ ਦਿੱਤਾ ਹੈ, ਤੂੰ ਉਹਦਾ ਵੀ ਤਾਂ ਇਸਤੇਮਾਲ ਕਰ ਸਕਦਾ ਹੈ ਨਾ, ਉਹਦਾ ਵੀ ਤਾਂ ਤੂੰ ਆਪਣੇ ਆਪ ਕਰ ਸਕਦਾ ਨਾ, ਉਹਨੂੰ ਵੀ ਚਲਾਉਣ ਦਾ ਯਤਨ ਕਰ। ਸੋ ਅਸੀਂ ਕਹਿੰਦੇ ਵੀ ਜੇ ਰੱਬ ਹੀ ਸਾਰਾ ਕੁਝ ਕਰਦਾ ਤੇ ਫਿਰ ਅਸੀਂ ਬੈਠੇ ਰਹੀਏ ਤੇ ਸਾਨੂੰ ਬੈਠਿਆਂ ਨੂੰ ਸਾਰਾ ਕੁਝ ਮਿਲੇ, ਫਿਰ ਇਹ ਹੱਥ ਨਹੀਂ ਹੋਣੀ ਸੀ, ਫਿਰ ਇਹ ਅੱਖਾਂ ਨਹੀਂ ਹੋਣੀਆਂ ਸੀਗੀਆਂ, ਇਹ ਕਰਮ ਨਹੀਂ ਹੋਣੇ। 84 ਲੱਖ ਜੁਨ ਮੈਂ ਧਨ ਉੱਤਮ ਮਾਨਸ ਦੇਹੀ ਪਾਏ, ਉੱਤਮ ਮਾਨਸ ਦੇਹੀ ਕਹਿੰਦੇ ਨੇ ਰੱਬ ਜੀ ਨੇ 84 ਲੱਖ ਜੂਨਾਂ ਤੋਂ ਬਾਅਦ ਇਹ ਪਵਿੱਤਰ ਮਾਨਸ ਦੇਹੀ ਸਾਨੂੰ ਦਿੱਤੀ ਹੈ। ਤੇ ਅੱਖਾਂ ਅੱਖੀਂ ਵੇਖਣ ਕਰਨ ਸੁਣ, ਬੋਲਣ ਸ਼ੁਭ ਬਚਨ ਸਨੇਹੀ, ਅੱਖਾਂ ਨਾਲ ਵੇਖ ਸਕਦੇ ਹਾਂ, ਕੰਨਾਂ ਨਾਲ ਸੁਣ ਸਕਦੇ ਹਾਂ, ਜੀਭਾਂ ਨਾਲ ਬੋਲ ਸਕਦੇ ਹਾਂ। ਤੇ ਕਹਿੰਦੇ ਨੇ ਇਸ ਤਰ੍ਹਾਂ ਪਰ ਕਰਕੇ ਹੱਥਾਂ ਦੇ ਨਾਲ ਅਸੀਂ ਕਰਮ ਕਰਦੇ ਹਾਂ। ਪੈਰੀ ਚੱਲ ਸਤ ਸੰਗ ਸਨੇਹੀ, ਪੈਰਾਂ ਦੇ ਨਾਲ ਚੱਲ ਕੇ ਅਸੀਂ ਸਤ ਸੰਗਤ ਦੇ ਵਿੱਚ ਜਾਂਦੇ ਹਾਂ, ਪ੍ਰਮਾਤਮਾ ਦੀ ਬੰਦਗੀ ਕਰਦੇ ਹਾਂ, ਧਰਮੀ ਅਖਵਾਉਣੇ ਆ। ਤੇ ਕਹਿੰਦੇ ਨੇ ਧੰਨ ਗੁਰਸਿੱਖ ਆਪ ਤਰੇ ਗੁਰਮੁਖ ਤਰੇ ਹੀ, ਆਪ ਗੁਰਸਿੱਖ ਤਰਦੇ ਨੇ, ਦੂਜਿਆਂ ਦਾ ਵੀ ਭਲਾ ਕਰਦੇ ਨੇ, ਦੂਜਿਆਂ ਨੂੰ ਵੀ ਬੰਦਗੀ ਦਿੰਦੇ ਨੇ। ਤੇ ਦੁਨੀਆ ਕੀਆਂ ਵਡਿਆਈਆਂ, ਗੁਰਬਾਣੀ ਕਹਿੰਦੀ ਦੁਨੀਆ ਦੀਆਂ ਜਿੰਨੀਆਂ ਵਡਿਆਈਆਂ ਨੇ ਨਾਨਕ ਸਭ ਕੁਮਿਤ, ਬਿਲਕੁਲ ਬੇਕਾਰ ਨੇ। ਵਡਿਆਈਆਂ ਤੋਂ ਭਾਵ ਹੁੰਦਾ ਹੈ ਜਿਹੜੀ ਖੁਸ਼ਾਮਦਾਂ ਲੈਣੀਆਂ ਲੋਕਾਂ ਦੀਆਂ ਵਾਹ ਵਾਹ ਵਾਸਤੇ, ਕਿ ਲੋਕੀ ਮੈਨੂੰ ਕਹਿਣਗੇ ਵੀ ਵਾਹ ਤੂੰ ਬੜਾ ਚੰਗਾ ਹੈ, ਬੜਾ ਭਲਾ ਹੈ। ਤੇ ਗੁਰਬਾਣੀ ਕਹਿੰਦੀ ਜਦੋਂ ਭਲਾ ਭਲਾ ਕਹਿਣ ਲੱਗ ਪਏ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਹੈ। ਇਹ ਜੋੜ ਨਹੀਂ ਬਣਦਾ ਇਹਨਾਂ ਦਾ। ਭਗਤਾਂ ਨੇ ਬੰਦਗੀ ਕਰਨੀ ਹੁੰਦੀ, ਸੰਸਾਰੀ ਸਿਆਣੇ ਉਹਨੇ ਕਹਿੰਦੇ ਜਿਹੜਾ ਬਹੁਤ ਜ਼ਿਆਦਾ ਪੈਸਾ ਕਮਾਉਂਦਾ ਵੀ ਲੁੱਟ ਕੇ, ਬਹੁਤ ਸਾਰਾ ਲੁੱਟਦਾ ਵੀ, ਤੁਸੀਂ ਵੇਖ ਲਓ ਨਾ, ਸਾਡਾ ਵੈਰ ਨਹੀਂ ਕਿਸੇ ਭਾਸ਼ਾ ਦੇ ਨਾਲ, ਸਾਰੀਆਂ ਭਾਸ਼ਾਵਾਂ ਚੰਗੀਆਂ ਨੇ। ਜਿਨ੍ਹਾਂ ਲੋਕਾਂ ਨੇ ਸਾਡੇ ਤੇ ਉੱਤੇ ਰਾਜ ਕੀਤਾ, ਕਬਜ਼ਾ ਕੀਤਾ, ਸਾਨੂੰ ਕੁੱਟ-ਕੁੱਟ ਕੇ ਮਾਰਿਆ, ਸਾਡੇ ਬਜ਼ੁਰਗਾਂ ਨੂੰ ਮਾਰਿਆ, ਸਾਡੀ ਹਾਲਤ ਇੰਨੀ ਮਾੜੀ ਕਰ ਦਿੱਤੀ ਕਿ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਵੀ ਲੁੱਟਦੇ ਰਹੇ ਨੇ, ਉਸ ਭਾਸ਼ਾ ਦੇ ਨਾਲ ਸਾਡਾ ਕਿੰਨਾ ਉੱਚ ਪੱਧਰ ਤੇ ਜ਼ੋਰ ਲੱਗਾ ਹੋਇਆ ਹੈ। ਅੰਗਰੇਜ਼ੀ ਮਾੜੀ ਨਹੀਂ ਹੈ, ਬਹੁਤ ਚੰਗੀ ਭਾਸ਼ਾ ਹੈ। ਪਰ ਤੁਸੀਂ ਵੇਖੋ ਨਾ ਕਿਵੇਂ ਹੋ ਰਿਹਾ ਕਿ ਪੰਜਾਬੀ ਨਾਲ ਲੋਕੀ ਬੜੇ, ਹਿੰਦੀ ਤੇ ਪੰਜਾਬੀ ਨਾਲ ਲੋਕੀ ਇਹਨੂੰ ਆਮ ਜੀ ਭਾਸ਼ਾ ਸਮਝਦੇ ਨੇ, ਤੇ ਕੋਈ ਨਹੀਂ, ਇਹ ਤਾਂ ਆਉਂਦੀ ਹੈ। ਤੇ ਜਿਹਨੂੰ ਸਭ ਤੋਂ ਵੱਧ ਅੰਗਰੇਜ਼ੀ ਆਉਂਦੀ ਹੋਵੇ, ਅਸੀਂ ਕਹਿੰਦੇ ਬਾਹ ਬੜਾ ਪੜ੍ਹਿਆ ਲਿਖਿਆ, ਬੜਾ ਸਿਆਣਾ ਹੈ ਤਾਂ ਸਿਆਣਾ ਹੀ ਹੈ ਕਿਉਂਕਿ ਇਹਨੇ ਮਿਹਨਤ ਕੀਤੀ ਹੈ। ਪਰ ਇੱਕ ਗੱਲ ਹੈ ਕਿ ਅਸੀਂ ਜਿਨ੍ਹਾਂ ਲੋਕਾਂ ਨੇ ਸਾਨੂੰ ਲਤਾੜਿਆ ਹੋਵੇ, ਜਿਨ੍ਹਾਂ ਲੋਕਾਂ ਨੇ ਸਾਨੂੰ ਬੜਾ ਮਾਰਿਆ ਹੋਵੇ, ਅਸੀਂ ਉਹਨਾਂ ਨੂੰ ਬੜਾ ਪਿਆਰ ਕਰਦੇ। ਜਿਨ੍ਹਾਂ ਲੋਕਾਂ ਨੇ ਸਾਨੂੰ ਠਾਇਆ ਹੋਵੇ, ਸਾਨੂੰ ਕਿਸੇ ਵੀ ਪ੍ਰਕਾਰ ਤੋਂ ਬਚਾਇਆ ਹੋਵੇ, ਭੈੜੇ ਕਰਮਾਂ ਤੋਂ ਬਚਾਇਆ ਹੋਵੇ, ਜਿਹੜਾ ਸਾਨੂੰ ਆਖੇ ਨਾ ਬਾਰ-ਬਾਰ ਕਰੰਟ ਨੂੰ ਹੱਥ ਨਾ ਲਾਈ ਬਚ ਜਾਏਗਾ ਨਹੀਂ ਤੇਰੀ ਮੌਤ ਆ ਜਾਣੀ ਹੈ, ਸਾਨੂੰ ਉਹਦੇ ਨਾਲ ਪਿਆਰ ਨਹੀਂ। ਜਿਹੜਾ ਸਾਡੇ ਆਣ ਕੇ ਚਾਰ ਚਪੇੜਾਂ ਜੜ ਦੇਵੇ, ਅਸੀਂ ਇਹਨੂੰ ਕਹਿੰਦੇ ਨੇ ਵੇਖ ਲਾ ਮੈਨੂੰ ਬੰਦੇ ਨੇ ਬਚਾ ਲਿਆ ਹੈ। ਸਾਡੀ ਬਿਰਤੀ ਇਹੋ ਜਿਹੀ ਹੈ। ਸੋ ਸਤਿਗੁਰੂ ਦੀ ਜਿਹੜੀ ਬਾਣੀ ਹੈ ਉਹ ਸਾਨੂੰ ਪਿਆਰ ਨਾਲ ਸਾਨੂੰ ਕਹਿੰਦੀ ਵੀ ਜੇ ਤੂੰ ਵਿਕਾਰਾਂ ਤੋਂ ਬਚ ਜਾਵੇਂਗਾ, ਤੈਨੂੰ ਪਰਮਾਤਮਾ ਲੱਭ ਜਾਏਗਾ, ਤੇਰੇ ਹਿਰਦੇ ਦੇ ਵਿੱਚ ਪਰਮਾਤਮਾ ਟਿਕ ਜਾਏਗਾ। ਘੱਟੋ ਘੱਟ ਸੰਸਾਰ ਦੇ ਵਿੱਚ ਤਾਂ ਸਹੀ ਤਰੀਕੇ ਨਾਲ ਜੀ ਸਕਦਾ ਹੈ ਨਾ, ਦੁਨੀਆ ਤੇ ਸਹੀ ਤਰੀਕੇ ਨਾਲ ਜੀ ਸਕਦਾ ਹੈ। ਪਰ ਅਸੀਂ ਕਹਿੰਦੇ ਨਹੀਂ, ਅਕਾਲ ਪੁਰਖ ਪਰਮਾਤਮਾ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗ ਗੁਣ ਗਾਇਆ, ਸਾਧ ਸੰਗਤ ਦੇ ਵਿੱਚ ਬੈਠ ਕੇ ਗੁਣ ਗਾਏ, ਸਭ ਦੁੱਖ ਹੈ ਖਾਤਾ, ਸਾਰੇ ਦੁੱਖ ਨਾਸ਼ ਹੋ ਜਾਂਦੇ ਨੇ ਜਦੋਂ ਅਸੀਂ ਗੁਰਬਾਣੀ ਨੂੰ ਗਾਉਂਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦੇਹ ਰੋਗਤਾ ਦੀਆਂ ਦਾਤਾਂ, ਚੜ੍ਹਦੀ ਕਲਾ ਦਾ ਜੀਵਨ ਬਖਸ਼ਿਸ਼ ਕਰਨ ਜੀ। ਪਿਆਰ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ।